कबीर कारण सो पयो जो कीनो करतार तिस बिन दूसर को नहीं एक सिरजन हार। कबीर शब्द ते थोड़ा जा रुकांगे। करतार दे रारे दे नाल सिहारी लगी है जिसका मतलब करतार ने। जे करतार दे रारे थले औंकड़ हुंदा तां ओह करतार एक वचन शब्द होना सी। कारण ਦਾ ਮਤਲਬ ਹੈ ਸਬਬ। ਜਿਵੇਂ ਹਰ ਕਾਰਜ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ, ਸਬਬ ਹੁੰਦਾ ਹੈ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਜਿਸ ਤਰ੍ਹਾਂ ਪ੍ਰਭੂ ਦੇ ਗੁਣਾਂ ਤੋਂ ਵਾਂਝੇ ਰਿਆਂ ਸਾਰੀ ਜ਼ਿੰਦਗੀ ਅਜਾਈ ਲੰਘ ਜਾਂਦੀ ਹੈ, ਬੇਕਾਰ ਚਲੀ ਜਾਂਦੀ ਹੈ, ਚਾਹੇ ਬਚਪਨ ਹੋਵੇ, ਜਵਾਨੀ ਹੋਵੇ, ਬੁਢੇਪਾ ਹੋਵੇ। ਤੇ ਹੁਣ ਇਹਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ ਕਿ ਅਸੀਂ ਸ਼ੁਭ ਗੁਣਾਂ ਦੇ ਧਾਰਨੀ ਕਿਉਂ ਨਹੀਂ ਹੋਏ, ਅਸੀਂ ਅਵਗੁਣਾਂ ਦੇ ਧਾਰਨੀ ਕਿਉਂ ਹੋ ਗਏ। ਕਾਰਨ ਨੇ ਨਾ। ਤੇ ਕਬੀਰ ਜੀ ਕਹਿੰਦੇ ਨੇ ਕਾਰਨ ਵੀ ਇਸ ਦਾ ਕੋਈ ਹੋਰ ਨਹੀਂ, ਕਾਰਨ ਉਹੀ ਹੈ ਜੋ ਕਰਤਾਰ ਨੇ ਬਣਾਇਆ ਹੈ, ਸਬਬ ਵੀ ਉਹੀ ਹੈ। ਹੁਣ ਕਰਤਾਰ ਨੇ, ਪ੍ਰਭੂ ਨੇ ਜੋ ਕਾਰਨ ਬਣਾਇਆ ਹੈ, ਸਬਬ ਬਣਾਇਆ ਹੈ, ਉਹ ਕੀ ਹੈ? ਉਹ ਹੈ ਹੁਕਮ, ਰਜਾ, ਭਾਣਾ ਜਾਂ ਸਿਸਟਮ। ਹੁਣ ਇੱਕ ਸਿਸਟਮ ਹੈ ਜੋ ਸਾਰੇ ਜੀਵਾਂ ਦੇ ਉੱਤੇ ਲਾਗੂ ਹੈ, ਮੇਰੇ ਤੇ ਵੀ, ਤੁਹਾਡੇ ਤੇ ਵੀ, ਹੋਰ ਲੋਕਾਂ ਤੇ ਵੀ, ਪੂਰੀ ਦੁਨੀਆ ਤੇ, ਜੀਵ ਜਨਤਾ ਦੇ ਉੱਤੇ ਹੁਕਮ ਹੈ ਅੰਦਰ ਸਭ ਕੋ। ਤਾਂ ਰੱਬੀ ਰਜਾ ਦੇ ਅੰਦਰ ਹੀ, ਰੱਬ ਕੁਦਰਤ ਦੇ ਨੇਮਾਂ ਦੇ ਵਿੱਚ ਹੀ ਬੰਦਾ ਗੁਨਾਹ ਤੋਂ ਦੂਰ ਔਰ ਗੁਨਾਹ ਦੇ ਨਾਲ ਜੁੜ ਜਾਂਦਾ ਹੈ, ਕਿਉਂਕਿ ਇੱਕ ਸਿਸਟਮ ਹੈ ਕਿ ਜੈਸਾ ਅਸੀਂ ਇਸ ਸੰਸਾਰ ਨੂੰ ਵੇਖਾਂਗੇ, ਜੈਸੀ ਆਪਣੇ ਅੰਦਰ ਸੋਚ ਪੈਦਾ ਕਰਾਂਗੇ, ਵੈਸੀ ਹੀ ਸੋਚ ਸਾਡੀ ਬਣਦੀ ਚਲੀ ਜਾਏਗੀ। ਜੇ ਕੋਈ ਪੋਜ਼ਿਟਿਵ ਸੋਚਦਾ ਹੈ, ਫਿਰ ਪੋਜ਼ਿਟਿਵ ਸੋਚਦਾ ਹੈ, ਫਿਰ ਪੋਜ਼ਿਟਿਵ ਸੋਚਦਾ ਹੈ, ਤਾਂ ਕੀ ਹੁੰਦਾ ਹੈ? ਉਸ ਦੇ ਅੰਦਰ ਇੱਕ ਪੋਜ਼ਿਟਿਵ ਨਿਊਰੋਨਲ ਪੈਟਰਨ ਬਣ ਜਾਂਦਾ ਹੈ ਔਰ ਉਹ ਗੁਣਾਂ ਬਾਰੇ ਹੀ ਸੋਚੇਗਾ, ਗੁਣਾਂ ਬਾਰੇ ਹੀ ਬੋਲੇਗਾ। ਇੱਕ ਸਿਸਟਮ ਹੈ, ਜਿਹੜਾ ਵੀ ਐਸਾ ਕਰੇਗਾ ਉਹਦਾ ਸੁਭਾਅ, ਉਹਦੀ ਬੋਲ ਬਾਣੀ ਐਸੀ ਬਣ ਜਾਏਗੀ। ਤੇ ਜੇ ਕੋਈ ਇਨਸਾਨ ਵਿਕਾਰਾਂ ਬਾਰੇ ਹੀ ਸੋਚਦਾ ਹੈ, ਹਰ ਥਾਂ ਤੇ ਨੈਗੇਟਿਵ ਹੀ ਸੋਚਦਾ ਹੈ, ਤਾਂ ਉਸ ਦੇ ਅੰਦਰ ਇੱਕ ਨੈਗੇਟਿਵਿਟੀ ਵਾਲਾ ਨਿਊਰੋਨਲ ਪੈਟਰਨ ਬਣ ਜਾਏਗਾ, ਉਹਦਾ ਸੁਭਾਅ ਬਣ ਜਾਏਗਾ ਔਰ ਵੈਸੇ ਹੀ ਉਹ ਸੋਚਦਾ ਜਾਏਗਾ, ਵੈਸਾ ਹੀ ਉਹ ਬੋਲੇਗਾ, ਵੈਸਾ ਹੀ ਉਹ ਕਰੇਗਾ। ਉਸੇ ਤਰੀਕੇ ਦਾ ਹੀ ਉਸ ਨੂੰ ਸ਼ੁਭ, ਅਸ਼ੁਭ, ਚੰਗਾ, ਮਾੜਾ, ਸੁੱਖ ਜਾਂ ਦੁੱਖ ਦੇ ਰੂਪ ਦੇ ਵਿੱਚ ਫਲ ਮਿਲੇਗਾ। ਤਾਂ ਕਬੀਰ ਜੀ ਕਹਿੰਦੇ ਨੇ ਜੋ ਪ੍ਰਭੂ ਦਾ ਹੁਕਮ ਹੈ ਇਸ ਸੰਸਾਰ ਦੇ ਅੰਦਰ ਉਹੀ ਵਾਪਰਦਾ ਹੈ, ਸਬਬ ਉਹੀ ਬਣਦਾ ਹੈ, ਹੁਕਮ ਤੋਂ ਬਾਹਰ ਨਹੀਂ। ਤਿਸ ਬਿਨ ਦੂਸਰ ਕੋ ਨਹੀਂ ਏਕੈ ਸਿਰਜਨਹਾਰ। ਇਹਨੂੰ ਏਕੇ ਨਹੀਂ ਪੜਨਾ, ਏਕ ਹੈ। ਤਿਸ ਬਿਨ ਦਾ ਮਤਲਬ ਪ੍ਰਭੂ ਤੋਂ ਬਿਨਾ ਦੂਜਾ ਹੋਰ ਕੋਈ ਨਹੀਂ ਹੈ, ਇੱਕੋ ਹੀ ਸਾਰੇ ਸੰਸਾਰ ਨੂੰ ਰਚਣ ਵਾਲਾ ਹੈ, ਬਣਾਉਣ ਵਾਲਾ ਹੈ। ਯਾਨੀ ਰੱਬੀ ਰਜਾ ਦੇ ਅੰਦਰ ਹੀ ਸਾਰੀ ਸਿਰਜਣਾ ਹੋ ਰਹੀ ਹੈ, ਰੱਬੀ ਹੁਕਮ ਦੇ ਅੰਦਰ ਹੀ ਸਾਰੀ ਸਿਰਜਣਾ ਹੋ ਰਹੀ ਹੈ। ਨਿੱਕੇ ਜਿਹੇ ਬੈਕਟੀਰੀਆ ਤੋਂ ਲੈ ਕੇ ਵੱਡੇ ਸਾਰੇ ਹਾਥੀ ਤੱਕ, ਨਿੱਕੇ ਜਿਹੇ ਰੇਤ ਦੇ ਕਣ ਤੋਂ ਲੈ ਕੇ ਖੰਡ ਮੰਡਲ, ਬ੍ਰਹਿਮੰਡ, ਆਕਾਸ਼, ਗੰਗਾਵਾਂ ਤੱਕ, ਜੋ ਕੁਛ ਵੀ ਇਸ ਜਗਤ ਦੇ ਅੰਦਰ ਦਿਸ ਰਿਹਾ ਹੈ, ਦਿਸਤਾ ਅਣਦਿਸਤਾ, ਸਭ ਕੁਛ ਰੱਬੀ ਰਜਾ ਦੇ ਵਿੱਚ ਹੈ, ਉਹਦੇ ਤੋਂ ਬਾਹਰ ਕੁਛ ਨਹੀਂ। ਇਹ ਚੀਜ਼ ਸਾਨੂੰ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਰਜਾ ਤੋਂ ਬਾਹਰ ਕੁਛ ਨਹੀਂ, ਸਿਸਟਮ ਤੋਂ ਬਾਹਰ ਕੁਛ ਵੀ ਨਹੀਂ ਹੋ ਸਕਦਾ। ਇੱਕੋ ਹੀ ਹੈ ਸਾਰਿਆਂ ਦਾ ਸਿਰਜਕ, ਇੱਕੋ ਹੁਕਮ, ਇੱਕੋ ਸਿਸਟਮ ਦੇ ਅੰਦਰ ਸਾਰਾ ਸੰਸਾਰ ਚੱਲ ਰਿਹਾ ਹੈ। ਜੋ ਇਸ ਰਜਾ ਔਰ ਭਾਣੇ ਦੇ ਅੰਦਰ ਚੱਲਦਾ ਹੈ ਉਹ ਸੁਖੀ ਔਰ ਸ਼ਾਂਤ ਹੋ ਸਕਦਾ ਹੈ। ਜੋ ਭਾਣੇ ਰਜਾ ਦੇ ਨੇਮਾਂ ਨੂੰ ਤੋੜੇਗਾ ਉਸ ਬੰਦੇ ਦੀ ਜ਼ਿੰਦਗੀ ਦੇ ਅੰਦਰ ਦੁੱਖ ਔਰ ਅਸ਼ਾਂਤੀ ਆਏਗੀ। ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ। ਹੁਣ ਇੱਥੇ ਨਾ ਆਬ ਲਿਖਿਆ ਹੈ, ਆਬ ਦਾ ਮਤਲਬ ਪਾਣੀ ਹੁੰਦਾ ਹੈ। ਇੱਥੇ ਅਸੀਂ ਪੜਾਂਗੇ ਆਂਬ। ਆਂਬ ਦਾ ਮਤਲਬ ਹੈ ਅੰਬ, ਇਹਨੂੰ ਬਿੰਦੀ ਲਗਾ ਕੇ ਪੜਾਂਗੇ ਆਂਬ। ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ ਜਾਏ ਪਹੁੰਚੇ ਖਸਮ ਕੋ ਜੋ ਬੀਚ ਨਾ ਖਾਹੀ ਕਾਂਬ। ਪਹੁੰਚੇ ਸ਼ਬਦ ਦੇ ਹਾਹੇ ਨਾਲ ਅਸੀਂ ਬਿੰਦੀ ਲਗਾਵਾਂਗੇ ਕਿਉਂਕਿ ਇਹ ਕਿਰਿਆਵਾਚੀ ਸ਼ਬਦ ਹੈ।
ਔਰ ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਦੇ ਨਾਲ ਜਦੋਂ ਸਿਹਾਰੀ ਹੋਵੇ ਤਾਂ ਆਮ ਕਰਕੇ ਉਹ ਬਹੁਵਚਨੀ ਸ਼ਬਦ ਹੁੰਦਾ ਹੈ ਜਿਸ ਦਾ ਉਚਾਰਨ ਨਾਸਕੀ ਹੋਏਗਾ। ਜਾਏ ਪਹੁੰਚੇ ਖਸਮ ਕੋ ਜੋ ਬੀਚ ਨਾ ਖਾਹੀ ਕਾਂਬ। ਫਲ ਲਾਗੇ ਫਲਨ ਦਾ ਮਤਲਬ ਅੰਬਾਂ ਨੂੰ ਫਲ ਲੱਗਣ ਲੱਗ ਪੈਂਦੇ ਨੇ, ਜਿਵੇਂ ਅੰਬਾਂ ਦੇ ਪੇੜਾਂ ਨੂੰ ਬੂਰ ਪੈਂਦਾ ਹੈ ਤੇ ਬੂਰ ਪੈਣ ਤੋਂ ਬਾਅਦ ਨਿੱਕੇ ਨਿੱਕੇ ਫਲ ਲੱਗਣੇ ਸ਼ੁਰੂ ਹੋ ਜਾਂਦੇ ਨੇ ਔਰ ਫਿਰ ਆਖਿਰ ਉਹ ਫਲ ਜਿਹੜੇ ਨੇ ਪੱਕਣ ਲੱਗ ਜਾਂਦੇ ਨੇ। ਕਬੀਰ ਜੀ ਕਹਿੰਦੇ ਨੇ ਅੰਬਾਂ ਦੇ ਬੂਟਿਆਂ ਨੂੰ ਪਹਿਲਾਂ ਫਲ ਲੱਗਦੇ ਨੇ ਤੇ ਫਿਰ ਸਹਿਜੇ ਸਹਿਜੇ ਉਹ ਅੰਬਾਂ ਦੇ ਜਿਹੜੇ ਫਲ ਨੇ ਉਹ ਪੱਕਣ ਲੱਗ ਜਾਂਦੇ ਨੇ। ਜਾਏ ਪਹੁੰਚੇ ਖਸਮ ਕੋ, ਖਸਮ ਦਾ ਮਤਲਬ ਮਾਲਕ, ਜਿਹੜਾ ਬਾਗ ਦਾ ਮਾਲਕ ਹੈ। ਜਾਏ ਪਹੁੰਚੇ ਦਾ ਮਤਲਬ ਉਸ ਮਾਲਕ ਦੇ ਕੋਲ ਪਹੁੰਚ ਜਾਂਦੇ ਨੇ। ਜੋ ਦਾ ਮਤਲਬ ਜੇ, ਬੀਚ ਦਾ ਮਤਲਬ ਵਿੱਚ, ਵਿਚਕਾਰ, ਬੂਰ ਲੱਗਣ ਤੋਂ ਲੈ ਕੇ ਪੱਕਣ ਤੱਕ। ਕਾਂਬ ਦਾ ਮਤਲਬ ਕਾਂਬਾ, ਹਨੇਰੀ। ਜੇ ਕਾਂਬਾ ਹਨੇਰੀ ਵਗ ਜਾਏ ਨਾ, ਕਈ ਵਾਰ ਬੂਰ ਲੱਗਦਾ ਹੈ, ਬਹੁਤ ਲੱਗਦਾ ਹੈ ਅੰਬਾਂ ਨੂੰ ਬੂਰ, ਲੇਕਿਨ ਹਨੇਰੀ ਵਗ ਜਾਏ ਤੇ ਹਨੇਰੀ ਚੱਲਣ ਦੇ ਨਾਲ, ਝੱਖੜ ਝੁੱਲਣ ਦੇ ਨਾਲ ਉਹ ਬੂਰ ਜਿਹੜਾ ਕਿਰ ਜਾਂਦਾ ਤੇ ਫਿਰ ਉਹ ਫਲ ਨਹੀਂ ਲੱਗਦੇ। ਪਹਿਲੀ ਗੱਲ। ਦੂਜੀ ਗੱਲ ਹੈ, ਕਈ ਵਾਰ ਫਲ ਲੱਗੇ ਤੇ ਉਹਨੂੰ ਕੋਈ ਕੀੜਾ ਲੱਗ ਜਾਂਦਾ ਹੈ, ਉੱਲੀ ਲੱਗ ਜਾਂਦੀ ਹੈ, ਕੋਈ ਨੁਕਸ ਪੈ ਜਾਂਦਾ ਹੈ। ਉਹ ਜਿਹੜੇ ਫਲ ਨੇ ਜਿਹੜੇ ਝੜ ਜਾਣ ਹਨੇਰੀ ਦੇ ਨਾਲ, ਕਾਂਬੇ ਨਾਲ, ਜਾਂ ਨੁਕਸ ਪੈ ਜਾਏ ਕੋਈ, ਉਹ ਮਾਲਕ ਤੱਕ ਨਹੀਂ ਪਹੁੰਚਦੇ ਕਿਉਂਕਿ ਉਹ ਵਿੱਚੇ ਹੀ ਸੜ ਗਲ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਤਾਂ ਕਬੀਰ ਜੀ ਕਹਿੰਦੇ ਨੇ ਪੱਕਣ ਤੋਂ ਪਹਿਲਾਂ ਜੇ ਇਹ ਅੰਬ ਆਦਿਕ ਹਨੇਰੀ ਦੇ ਕਾਂਬੇ ਨਾਲ, ਟਹਿਣੀ ਦੇ ਨਾਲੋਂ ਹਿੱਲ ਨਾ ਜਾਣ, ਟੁੱਟਣ ਨਾ, ਤਾਂ ਉਹ ਮਾਲਕ ਦੇ ਕੋਲ ਪਹੁੰਚ ਜਾਂਦੇ ਨੇ। ਤੇ ਜੇ ਹਨੇਰੀ ਆਦਿਕ ਦੇ ਨਾਲ, ਕਾਂਬੇ ਦੇ ਨਾਲ, ਟਹਿਣੀ ਦੇ ਨਾਲ ਟੁੱਟ ਜਾਣ ਤਾਂ ਉਹ ਫਲ ਜਿਹੜੇ ਨੇ ਪੱਕ ਕੇ ਮਾਲਕ ਤੱਕ ਨਹੀਂ ਪਹੁੰਚਦੇ। ਹੁਣ ਗੱਲ ਅੰਬਾਂ ਦੀ ਲੈ ਕੇ ਇੱਕ ਸਾਨੂੰ ਇੱਥੋਂ ਜੀਵਨ ਦੀ ਜੁਗਤ ਸਮਝਾਈ ਹੈ ਕਿ ਲੋਕ ਪ੍ਰਭੂ ਦੇ ਨਾਲ ਜੁੜਨਾ ਚਾਹੁੰਦੇ ਨੇ, ਰੱਬ ਤੱਕ ਪਹੁੰਚਣਾ ਚਾਹੁੰਦੇ ਨੇ, ਹਰ ਇਨਸਾਨ ਪਹੁੰਚਣਾ ਚਾਹੁੰਦਾ ਹੈ। ਤੇ ਕੌਣ ਪਹੁੰਚਦਾ ਹੈ ਰੱਬ ਤੱਕ, ਮਾਲਕ ਤੱਕ ਕੌਣ ਪਹੁੰਚਦਾ ਹੈ? ਜੋ ਬੀਚ ਨਾ ਖਾਹੀ ਕਾਂਬ, ਜੇ ਉਹ ਕਾਂਬੇ ਦੇ ਨਾਲ ਟੁੱਟ ਨਾ ਜਾਏ। ਹੁਣ ਇਹ ਕਾਂਬਾ ਕੀ ਹੈ? ਹਨੇਰੀ, ਝੱਖੜ। ਕਈ ਵਾਰ ਬੰਦਾ ਸੱਚ ਦੇ ਰਾਹ ਦੇ ਉੱਤੇ ਤੁਰਦਾ ਤੁਰਦਾ ਕਾਮ ਵਾਸਨਾਵਾਂ ਦੇ ਕਾਂਬੇ ਦੇ ਨਾਲ ਆਪਣੇ ਆਚਰਣ ਤੋਂ ਡਿੱਗ ਜਾਂਦਾ ਹੈ, ਤਾਂ ਉਹ ਸੱਚ ਤੋਂ ਟੁੱਟ ਗਿਆ, ਰੱਬ ਤੱਕ ਨਹੀਂ ਪਹੁੰਚੇਗਾ। ਕਈ ਵਾਰ ਬੰਦਾ ਲੋਭ ਦੀ ਐਸੀ ਹਨੇਰੀ ਆਉਂਦੀ ਹੈ, ਬੰਦਾ ਆਪਣੇ ਆਚਰਣ ਤੋਂ ਡਿੱਗ ਜਾਂਦਾ, ਬੇਗਾਨਾ ਹੱਕ ਖਾ ਲਿਆ ਜਾਂ 2 ਨੰਬਰ ਦੇ ਧੰਦੇ ਕਰ ਲਏ, 4 ਛਿਲੜਾਂ ਪਾਸੇ ਆਪਣਾ ਧਰਮੀਮਾਨ ਗਵਾ ਲਿਆ, ਦੀਨ ਗਵਾਇਆ ਦੁਨੀ ਸਿਓ। ਕਈ ਵਾਰ ਬੰਦਾ ਬੜੇ ਸਿੱਧੇ ਦੇ ਰਾਸਤੇ ਦੇ ਉੱਤੇ ਤੁਰਦਾ ਹੁੰਦਾ ਹੈ, ਬੜਾ ਸੋਹਣਾ ਉਹਦਾ ਜੀਵਨ ਹੁੰਦਾ ਹੈ, ਲੇਕਿਨ ਕ੍ਰੋਧ ਦੀ ਐਸੀ ਹਨੇਰੀ ਹੁੰਦੀ ਹੈ ਕਿ ਉਹ ਕਿਸੇ ਦੇ ਨਾਲ ਲੜਾਈ ਝਗੜਾ ਕਰ ਪੈਂਦਾ ਹੈ, ਆਪਣੇ ਸੰਬੰਧਾਂ ਨੂੰ ਤੋੜ ਲੈਂਦਾ ਹੈ ਔਰ ਉਹ ਆਪਣੀ ਸ਼ਾਂਤੀ ਗਵਾ ਲੈਂਦਾ ਹੈ। ਕਈ ਵਾਰ ਬੰਦਾ ਹੰਕਾਰ ਦੇ ਕਾਂਬੇ ਨਾਲ ਕਿਸੇ ਨੂੰ ਨੀਵਾਂ ਸਮਝਣ ਲੱਗ ਜਾਂਦਾ ਹੈ, ਆਪ ਮਹਾਨ ਬਣਦਾ ਹੈ, ਦੂਜਿਆਂ ਦੀਆਂ ਭਾਵਨਾਵਾਂ ਦਾ ਕਤਲ ਕਰਦਾ ਹੈ। ਕਦੇ ਬੰਦਾ ਸਵਾਰਥੀ ਬਣ ਕੇ ਦੂਜਿਆਂ ਨੂੰ ਦੁੱਖਾਂ ਦੇ ਸਾਗਰ ਦੇ ਅੰਦਰ ਧਕੇਲਦਾ ਹੈ। ਕਬੀਰ ਜੀ ਕਹਿੰਦੇ ਨੇ ਜੇਕਰ ਐਸਾ ਕੋਈ ਵਿਘਨ ਨਾ ਪਵੇ ਜ਼ਿੰਦਗੀ ਵਿੱਚ ਤਾਂ ਬੰਦਾ ਰੱਬ ਤੱਕ ਪਹੁੰਚ ਜਾਂਦਾ ਹੈ, ਜਿਹੜਾ ਇਹਨਾਂ ਵਿਘਨਾਂ ਤੋਂ ਬਚਦਾ ਹੈ। ਤੇ ਜਿਹੜਾ ਇਹਨਾਂ ਵਿਘਨਾਂ ਤੋਂ ਨਹੀਂ ਬਚੇਗਾ ਉਹ ਤਾਂ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਤਾਂ ਇੱਥੇ ਸਾਨੂੰ ਸਮਝਾ ਰਹੇ ਨੇ ਜਿਵੇਂ ਅੰਬਾਂ ਨੂੰ ਬੂਰ ਪੈਂਦਾ ਹੈ, ਫਿਰ ਉਹ ਹੌਲੇ ਹੌਲੇ ਫਲ ਪੱਕਦੇ ਨੇ, ਉਹ ਮਾਲਕ ਤੱਕ ਪਹੁੰਚਦੇ ਨੇ, ਮਾਲਕ ਉਹਨਾਂ ਦਾ ਆਨੰਦ ਮਾਣਦਾ ਹੈ ਜਾਂ ਅੱਗੇ ਵੇਚਦਾ, ਜੋ ਵੀ ਕਰਦਾ ਹੈ। ਪਰ ਜਿਹੜੇ ਅੰਬਾਂ ਨੂੰ ਹਨੇਰੀ ਆਦਿਕ ਡੁਲਾ ਦੇਵੇ, ਟਹਿਣੀ ਨਾਲੋਂ ਟੁੱਟ ਜਾਣ, ਉਹ ਮਾਲਕ ਤੱਕ ਨਹੀਂ ਪਹੁੰਚਦੇ। ਇਸੇ ਤਰ੍ਹਾਂ ਇਸ ਦੁਨੀਆ ਦੇ ਅੰਦਰ ਜੋ ਸੱਚੇ ਰਾਹ ਤੇ ਤੁਰਦੇ ਨੇ, ਜੇ ਉਹ ਕਿਸੇ ਵਿਕਾਰਾਂ ਦੀ ਹਨੇਰੀ ਕਾਰਨ ਸੱਚ ਦੇ ਮਾਰਗ ਤੋਂ ਨਹੀਂ ਡੋਲਦੇ ਤਾਂ ਉਹ ਪ੍ਰਭੂ ਤੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ, ਆਪਣੇ ਗੋਲ ਤੇ ਪਹੁੰਚ ਜਾਂਦੇ ਨੇ। ਤੇ ਜੇ ਕੋਈ ਵਿਕਾਰਾਂ ਦੀ ਹਨੇਰੀ ਭਾਈ ਕਿਸੇ ਨੂੰ ਤੋੜ ਦੇਵੇ ਸੱਚ ਦੇ ਨਾਲੋਂ, ਤੇ ਉਹ ਫਿਰ ਰੱਬ ਤੱਕ ਨਹੀਂ ਪਹੁੰਚਦਾ, ਉਹ ਆਪਣੇ ਗੋਲ ਤੱਕ ਨਹੀਂ ਪਹੁੰਚਦਾ,
ਉਹ ਰਾਸਤੇ ਦੇ ਵਿੱਚ ਹੀ ਵਿਕਾਰਾਂ ਦੇ ਅੰਦਰ ਆਤਮਿਕ ਮੌਤ ਤੇ ਮਰ ਜਾਂਦਾ ਹੈ, ਡਿੱਗ ਪੈਂਦਾ ਹੈ। ਇਸ ਲਈ ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਇਹਨਾਂ ਵਿਕਾਰਾਂ ਦੇ ਝੱਖੜਾਂ ਤੋਂ ਬਚੀਏ ਔਰ ਸੱਚ ਦੇ ਨਾਲ ਜੁੜੇ ਰਹੀਏ। ਜਿਵੇਂ ਅਸੀਂ ਦੇਖਦੇ ਹਾਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਕਿਹੜੇ ਵੱਡੇ ਵੱਡੇ ਝੱਖੜ ਝੁੱਲੇ, ਲੇਕਿਨ ਉਹਨਾਂ ਝੱਖੜਾਂ ਦੇ ਨਾਲ ਉਹ ਡੋਲੇ ਨਹੀਂ, ਸੱਚ ਦੇ ਨਾਲ ਉਹ ਟੁੱਟੇ ਨਹੀਂ, ਉਹ ਖਸਮ ਦੇ ਦਰ ਤੇ ਪ੍ਰਵਾਨ ਹੋ ਗਏ। ਕਬੀਰ ਠਾਕੁਰ ਪੂਜਹਿ ਮੋਲ ਲੈ, ਮਨ ਹਟ ਤੀਰਥ ਜਾਹੇ, ਦੇਖਾ ਦੇਖੀ ਸਵਾਂਗ ਧਰ, ਭੂਲੇ ਭਟਕਾ ਖਾਹੇ। ਇੱਥੇ ਪੂਜਹਿ ਨੂੰ, ਕਿਉਂਕਿ ਪੂਜਣਾ, ਪੂਜਹਿ ਸ਼ਬਦ ਕਿਰਿਆਵਾਚੀ ਸ਼ਬਦ ਹੈ ਔਰ ਕਿਰਿਆਵਾਚੀ ਹਾਹੇ ਦੇ ਨਾਲ ਸਿਹਾਰੀ ਹੈ। ਤਾਂ ਜਦੋਂ ਵੀ ਕਿਸੇ ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਨਾਲ ਸਿਹਾਰੀ ਹੋਏਗੀ ਤਾਂ ਉਹ ਬਹੁਵਚਨੀ ਸ਼ਬਦ ਹੋਏਗਾ, ਇਹਦਾ ਉਚਾਰਨ ਨਾਸਤੀ ਹੋਏਗਾ। ਕਬੀਰ ਠਾਕੁਰ ਪੂਜਹਿ ਮੋਲ ਲੈ, ਮਨ ਹਟ ਤੀਰਥ ਜਾਹੇ, ਜਾਹੇ ਸ਼ਬਦ ਵੀ ਬਹੁਵਚਨੀ ਹੈ। ਠਾਕੁਰ ਦਾ ਮਤਲਬ ਠਾਕੁਰ ਦੀ ਮੂਰਤੀ, ਮੋਲ ਲੈ ਦਾ ਮਤਲਬ ਮੁੱਲ ਲੈ ਕੇ, ਖਰੀਦ ਕੇ, ਪੂਜਹਿ ਦਾ ਮਤਲਬ ਪੂਜਦੇ ਨੇ, ਜਾਹੇ ਦਾ ਮਤਲਬ ਜਾਂਦੇ ਨੇ, ਤੇ ਮਨਹਟ ਦਾ ਮਤਲਬ ਹੈ ਮਨ ਦੀ ਜਿੱਦ ਕਰਕੇ। ਕਬੀਰ ਜੀ ਕਹਿੰਦੇ ਨੇ ਜੋ ਲੋਕ ਠਾਕੁਰ ਦੀ ਮੂਰਤੀ ਮੁੱਲ ਲੈ ਕੇ ਉਹਦੀ ਪੂਜਾ ਕਰਦੇ ਨੇ ਔਰ ਮਨ ਦੇ ਹੱਟ ਦੇ ਨਾਲ ਤੀਰਥਾਂ ਤੇ ਜਾਂਦੇ ਨੇ, ਯਾਨੀ ਮੂਰਤੀ ਪੂਜਾ ਕਰਨੀ ਔਰ ਤੀਰਥਾਂ ਤੇ ਇਸ਼ਨਾਨ ਕਰਨ ਨੂੰ ਹੀ ਉਹ ਧਰਮ ਸਮਝਦੇ ਨੇ। ਹੁਣ ਇਹ ਮੂਰਤੀ ਪੱਥਰ ਦੀ ਵੀ ਹੋ ਸਕਦੀ ਹੈ ਔਰ ਮੂਰਤੀ ਕਾਗਜ਼ ਦੀ ਵੀ ਹੋ ਸਕਦੀ ਹੈ। ਜਿਵੇਂ ਅਸੀਂ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਮੂਰਤਾਂ ਨੇ, ਤਸਵੀਰਾਂ ਨੇ, ਬਣਾ ਲਈਆਂ ਨੇ, ਤੇ ਇਹ ਤਸਵੀਰਾਂ ਅਸਲੀ ਨਹੀਂ ਹਨ, ਇਹ ਸ਼ੋਭਾ ਸਿੰਘ ਨੇ ਆਪਣੇ ਅੰਦਾਜ਼ੇ ਦੇ ਨਾਲ ਬਣਾਈਆਂ ਨੇ, ਅਸਲੀ ਮੂਰਤਾਂ ਤਸਵੀਰਾਂ ਨਹੀਂ ਹਨ। ਤੇ ਬਹੁਤ ਸਾਰੇ ਸਿੱਖ ਵੀ ਵੇਖੇ ਜਾਂਦੇ ਨੇ ਜੋ ਤਸਵੀਰਾਂ ਦੇ ਅੱਗੇ ਮੱਥੇ ਟੇਕਦੇ ਜਾਂ ਜੋਤਾਂ ਜਗਾਉਂਦੇ ਜਾਂ ਜੋ ਵੀ ਕਰਮ ਕਰਦੇ ਨੇ। ਇਹ ਸਾਰੇ ਉਹਨਾਂ ਲੋਕਾਂ ਦੀ ਗੱਲ ਹੈ ਜੋ ਵੀ ਮੂਰਤੀ ਪੂਜਾ ਆਦਿ ਕਰਦੇ ਨੇ। ਕਿ ਰੱਬ ਦੀ ਮੂਰਤੀ, ਜੇ ਠਾਕੁਰ ਦੀ ਮੂਰਤੀ ਪੱਥਰ ਦੀ ਬਾਜ਼ਾਰ ਚੋਂ ਖਰੀਦੀ ਔਰ ਆਪ ਹੀ ਖਰੀਦ ਕੇ ਫਿਰ ਉਹਦੀ ਪੂਜਾ ਕਰ ਰਹੇ ਨੇ। ਮੰਨ ਲਓ ਕਿਸੇ ਨੇ 500 ਦੀ ਤਸਵੀਰ ਲਿਆਂਦੀ, ਮੂਰਤੀ ਲਿਆਂਦੀ, ਚਾਹੇ ਉਹ ਪੱਥਰ ਦੀ ਹੈ, ਕਾਗਜ਼ ਦੀ ਹੈ, ਕੋਈ ਵੀ ਹੈ, 500 ਦੀ ਬਾਜ਼ਾਰ ਚੋਂ ਲੈ ਕੇ ਆਏ ਤੇ ਫਿਰ ਉਸੇ ਮੂਰਤੀ ਦੇ ਅੱਗੇ ਧੂਫ ਦਿਖਾ ਕੇ ਖੜੇ ਨੇ ਕਿ ਹੇ ਠਾਕੁਰ, ਹੇ ਪ੍ਰਭੂ, ਮੇਰੀ ਲੱਖ ਰੁਪਏ ਦੀ ਲਾਟਰੀ ਕੱਢ। ਹੁਣ 500 ਦੀ ਤੇ ਤੁਸੀਂ ਖਰੀਦ ਕੇ ਲਿਆਏ ਹੋ ਤੇ ਉਹਦੇ ਤੋਂ ਲੱਖ ਮੰਗ ਰਹੇ ਹੋ। ਤਾਂ ਕਬੀਰ ਜੀ ਕਹਿੰਦੇ ਨੇ ਲੋਕ ਪੱਥਰ ਆਦਿਕ ਦੀਆਂ ਮੂਰਤੀਆਂ ਖਰੀਦਦੇ ਨੇ, ਉਹਨਾਂ ਦੀ ਫਿਰ ਆਪ ਹੀ ਪੂਜਾ ਕਰਦੇ ਨੇ ਔਰ ਮਨ ਦੇ ਹੱਟ ਕਰਕੇ ਤੀਰਥਾਂ ਤੇ ਜਾਂਦੇ ਨੇ। ਤੇ ਲੋਕ ਐਸਾ ਕਰ ਕਿਉਂ ਰਹੇ ਨੇ, ਉਹਦਾ ਰੀਜਨ ਦੱਸਦੇ ਨੇ ਪਏ। ਦੇਖਾ ਦੇਖੀ ਸਵਾਂਗ ਧਰ। ਦੇਖਾ ਦੇਖੀ ਦਾ ਮਤਲਬ ਇੱਕ ਦੂਜੇ ਨੂੰ ਵੇਖ ਕੇ ਕਿ ਇੱਕ ਬੰਦਾ ਇਹ ਕੰਮ ਕਰ ਰਿਹਾ ਤੇ ਮੈਂ ਵੀ ਕਰਾਂ। ਸਵਾਂਗ ਧਰ ਦਾ ਮਤਲਬ ਹੈ ਸਾਂਗ ਬਣਾ ਕੇ, ਨਕਲ ਕਰਕੇ, ਕਿਸੇ ਦੀ ਰੀਸ ਕਰਕੇ। ਭਟਕਾ ਖਾਹੇ ਦਾ ਮਤਲਬ ਭਟਕਦੇ ਨੇ। ਕਬੀਰ ਜੀ ਕਹਿੰਦੇ ਨੇ ਅਸਲ ਵਿੱਚ ਇਹ ਲੋਕ ਅਗਿਆਨਤਾ ਵਸ ਇੱਕ ਦੂਜੇ ਨੂੰ ਇਹ ਕੰਮ ਕਰਦਿਆਂ ਵੇਖ ਕੇ ਸਾਂਗ ਬਣਾਈ ਜਾਂਦੇ ਨੇ, ਨਕਲ ਕਰੀ ਜਾਂਦੇ ਨੇ। ਇਹਦੇ ਵਿੱਚ ਅਸਲੀਅਤ ਕੋਈ ਨਹੀਂ ਹੁੰਦੀ। ਸਭ ਕੁਝ ਲੋਕਾਂ ਵਿੱਚ ਚੰਗਾ ਅਖਵਾਉਣ ਲਈ ਕੀਤਾ ਜਾਂਦਾ ਹੈ। ਹਿਰਦੇ ਵਿੱਚ ਪ੍ਰਭੂ ਦਾ ਪਿਆਰ ਦਾ ਕੋਈ ਹੁਲਾਰਾ ਨਹੀਂ ਹੁੰਦਾ। ਸਹੀ ਰਾਸਤੇ ਤੋਂ ਖੁੰਝੇ ਹੋਏ ਲੋਕ ਅਸਲ ਦੇ ਅੰਦਰ ਭਟਕਦੇ ਫਿਰਦੇ ਨੇ, ਭਰਮ ਦੇ ਅੰਦਰ ਪਏ ਹੋਏ ਨੇ। ਔਰ ਹਕੀਕਤ ਇਹੋ ਹੀ ਹੈ ਕਿ ਅਸੀਂ ਇੱਕ ਦੂਜੇ ਨੂੰ ਵੇਖ ਵੇਖ ਕੇ ਕਰੀ ਜਾ ਰਹੇ ਹਾਂ। ਇੱਕ ਦੂਜੇ ਨੂੰ ਵੇਖ ਵੇਖ ਕੇ ਕਿ ਫਲਾਂ ਬੰਦਾ ਵੀ ਜਾਂਦਾ ਹੈ, ਐਨੇ ਲੋਕ ਜਾਂਦੇ ਨੇ, ਉਹ ਸਾਰੇ ਕਮਲੇ ਥੋੜਾ ਨੇ। ਐਨੇ ਲੋਕ ਹੁਣ ਮੂਰਤੀ ਦੇ ਅੱਗੇ ਭੋਗ ਲਵਾ ਰਹੇ ਨੇ, ਤਸਵੀਰ ਅੱਗੇ ਭੋਗ ਲਵਾ ਰਹੇ ਨੇ, ਤਾਂ ਉਹ ਕਮਲੇ ਥੋੜਾ ਨੇ। ਅਸੀਂ ਵੀ ਵੇਖਾ ਵੇਖੀ ਕਰ ਰਹੇ ਹਾਂ, ਪਰ ਇਹ ਨਹੀਂ ਕੋਈ ਵੇਖ ਰਿਹਾ ਵੀ ਉਹ ਤਸਵੀਰ ਜਾਂ ਮੂਰਤੀ ਖਾ ਵੀ ਰਹੀ ਹੈ। ਭਗਤ ਕਬੀਰ ਜੀ ਦਾ ਕਿੰਨਾ ਪਿਆਰਾ ਬਚਨ ਹੈ। ਭਾਤ ਪਹਿਤ ਅਰਲਾਪਸੀ ਕਰ ਕਰਾ ਕਾ ਸਾਰ, ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਛਾਰ।
ਤਾਂ ਕਬੀਰ ਜੀ ਕਹਿੰਦੇ ਨੇ ਲੋਕ ਦੇਖਾ ਦੇਖੀ ਇੱਕ ਦੂਜੇ ਦੀ ਨਕਲ ਕਰਕੇ ਮੂਰਤੀ ਪੂਜਾ ਕਰ ਰਹੇ ਨੇ, ਮੁੱਲ ਲਿਆ ਲਿਆ ਕੇ ਬਾਜ਼ਾਰਾਂ ਚੋਂ ਰੱਬ ਨੂੰ ਮੁੱਲ ਖਰੀਦ ਕੇ, ਮੂਰਤੀਆਂ ਮੁੱਲ ਖਰੀਦ ਕੇ ਪੂਜਾ ਕਰ ਰਹੇ ਨੇ, ਔਰ ਤੀਰਥਾਂ ਤੇ ਨਹਾਉਂਦੇ ਫਿਰਦੇ ਨੇ ਇੱਕ ਦੂਜੇ ਦੀ ਨਕਲ ਕਰਕੇ। ਅਸਲ ਦੇ ਅੰਦਰ ਇਹਨਾਂ ਚੀਜ਼ਾਂ ਵਿੱਚ ਕੋਈ ਅਸਲੀਅਤ ਨਹੀਂ ਹੈ। ਇਹ ਭੁੱਲੇ ਹੋਏ ਲੋਕ ਅਗਿਆਨਤਾ ਵਸ ਇਹਨਾਂ ਕਰਮਾਂ ਦੇ ਅੰਦਰ ਨਿਰਰਥਕ ਹੀ ਆਪਣਾ ਸਮਾਂ ਬਰਬਾਦ ਕਰ ਰਹੇ ਨੇ ਔਰ ਅਸਲ ਰਾਹ ਤੋਂ ਭਟਕੇ ਹੋਏ ਨੇ। ਇਸ ਲਈ ਅਸੀਂ ਇਹਨਾਂ ਭਟਕਣਾ ਤੋਂ ਬਚਣ ਦਾ ਯਤਨ ਕਰਨਾ ਹੈ। ਦੇਖੋ ਕਿੰਨੇ ਸਾਫ਼ ਲਫ਼ਜ਼ਾਂ ਦੇ ਅੰਦਰ, ਸੌਖੇ ਸ਼ਬਦਾਂ ਦੇ ਅੰਦਰ ਭਗਤ ਕਬੀਰ ਜੀ ਲੋਕਾਂ ਦੀ ਔਰ ਇਹ ਮੂਰਤੀ ਪੂਜਾ ਔਰ ਤੀਰਥ ਇਸ਼ਨਾਨ ਆਦਿਕ ਦੀ ਅਸਲੀਅਤ ਨੂੰ ਕਿੰਨੇ ਸੌਖੇ ਸ਼ਬਦਾਂ ਦੇ ਨਾਲ ਬਿਆਨ ਕੀਤਾ ਹੈ। ਤਾਂ ਸਾਨੂੰ ਵੀ ਚਾਹੀਦਾ ਹੈ ਕਿ ਇਹਨਾਂ ਚੀਜ਼ਾਂ ਤੋਂ ਉਤਾਂ ਉੱਠ ਕੇ ਜੋ ਗੁਰਬਾਣੀ ਦੀ ਸੱਚਾਈ ਹੈ ਉਹਨੂੰ ਸਮਝ ਕੇ ਸੱਚੀ ਸੁੱਚੀ ਗੁਣਾਂ ਵਾਲੀ ਜ਼ਿੰਦਗੀ ਜੀ ਸਕੀਏ, ਜਿਸ ਕਰਕੇ ਸਾਡੇ ਜੀਵਨ ਵਿੱਚ ਕੁਝ ਚੇਂਜਿੰਗ ਆਵੇ, ਸਮਾਜ ਦੇ ਅੰਦਰ ਚੇਂਜਿੰਗ ਆਵੇ, ਸਾਡਾ ਜੀਵਨ ਔਰ ਇਹ ਸਮਾਜ ਸਵਰਗ ਹੋ ਸਕੇ। ਅਗਲਾ ਬਚਨ ਫਿਰ ਇਸੇ ਸੰਦਰਭ ਵਿੱਚ ਕਰ ਰਹੇ ਨੇ। ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ, ਇਸ ਪਰਵਾਸੇ ਜੋ ਰਹੇ ਬੂਢੇ ਕਾਲੀ ਧਾਰ। ਪਾਹਨ ਦਾ ਮਤਲਬ ਪੱਥਰ, ਪਰਮੇਸ਼ਰ ਦਾ ਮਤਲਬ ਰੱਬ, ਕੀਆ ਦਾ ਮਤਲਬ ਬਣਾ ਲਿਆ, ਮਿਥ ਲਿਆ, ਪੂਜੈ ਦਾ ਮਤਲਬ ਪੂਜਦਾ ਹੈ, ਸਭ ਸੰਸਾਰ ਦਾ ਮਤਲਬ ਸਾਰਾ ਸੰਸਾਰ। ਕਬੀਰ ਜੀ ਕਹਿੰਦੇ ਨੇ ਪੁਜਾਰੀ ਦੇ, ਪੰਡਤਾਂ ਦੇ ਪਿੱਛੇ ਲੱਗਾ ਹੋਇਆ ਸਾਰਾ ਜਗਤ ਪੱਥਰ ਦੀ, ਕਾਗਜ਼ ਦੀ ਮੂਰਤੀ ਨੂੰ ਪਰਮੇਸ਼ਰ ਮਿਥ ਲੈਂਦਾ, ਬਣਾ ਲੈਂਦਾ ਹੈ। ਕਬੀਰ ਪਾਹਨ ਪਰਮੇਸ਼ਰ ਕੀਆ ਕਿ ਪੱਥਰ ਨੂੰ ਰੱਬ ਬਣਾ ਲਿਆ, ਮਿਥ ਲਿਆ ਕਿ ਸਾਡਾ ਰੱਬ ਹੈ। ਪੂਜੈ ਸਭ ਸੰਸਾਰ, ਤੇ ਸਾਰਾ ਸੰਸਾਰ ਪੂਜਾ ਕੀਤੀ ਜਾ ਰਿਹਾ ਹੈ। ਹੁਣ ਕਬੀਰ ਜੀ ਅਗਲੀ ਪੰਕਤੀ ਵਿੱਚ ਅਸਲੀਅਤ ਬਿਆਨ ਕਰਦੇ ਨੇ। ਇਸ ਪਰਵਾਸੇ ਜੋ ਰਹੇ, ਪਰਵਾਸੇ ਦਾ ਮਤਲਬ ਵਿਸ਼ਵਾਸ, ਯਕੀਨ, ਕਿ ਜਿਹੜਾ ਇਸ ਯਕੀਨ ਵਿੱਚ ਰਹੇਗਾ, ਇਹ ਯਕੀਨ ਕਰੇਗਾ ਕਿ ਇਹ ਰੱਬ ਹੈ। ਬੂਢੇ ਕਾਲੀ ਧਾਰ, ਕਾਲੀ ਧਾਰ ਦਾ ਮਤਲਬ ਹੁੰਦਾ ਹੈ ਡੂੰਘੇ ਪਾਣੀਆਂ ਦੇ ਅੰਦਰ। ਜਿਵੇਂ ਜਿਵੇਂ ਪਾਣੀ ਜ਼ਿਆਦਾ ਹੁੰਦਾ ਜਾਂਦਾ ਨਾ, ਤਾਂ ਸਾਨੂੰ ਜ਼ਿਆਦਾ ਨੀਲਾ ਜਾਂ ਕਾਲਾ ਨਜ਼ਰੀ ਪੈਣ ਲੱਗ ਪੈਂਦਾ, ਜਿਵੇਂ ਜਿਵੇਂ ਪਾਣੀ ਡੂੰਘਾ ਹੋਏਗਾ। ਇੱਥੇ ਕਾਲੀ ਧਾਰ ਦਾ ਮਤਲਬ ਹੈ ਡੂੰਘੇ ਪਾਣੀ। ਤਾਂ ਕਬੀਰ ਜੀ ਕਹਿੰਦੇ ਨੇ ਜਿਨ੍ਹਾਂ ਮਨੁੱਖਾਂ ਨੂੰ ਇਹ ਖਿਆਲ, ਜਿਨ੍ਹਾਂ ਮਨੁੱਖਾਂ ਦਾ ਬਣਿਆ ਹੋਇਆ ਹੈ ਕਿ ਪੱਥਰ ਨੂੰ ਪੂਜ ਕੇ ਉਹ ਰੱਬ ਦੀ ਭਗਤੀ ਕਰ ਰਹੇ ਨੇ, ਜਾਂ ਇਹ ਪੱਥਰ ਦੀ, ਕਾਗਜ਼ ਦੀ ਮੂਰਤੀ ਹੀ ਰੱਬ ਹੈ ਔਰ ਇਹੀ ਅਸਲੀ ਭਗਤੀ ਹੈ, ਕਬੀਰ ਜੀ ਕਹਿੰਦੇ ਨੇ ਉਹ ਕਾਲੇ ਪਾਣੀਆਂ ਦੀ ਡੂੰਘੀ ਧਾਰ ਵਿੱਚ ਡੁੱਬ ਜਾਣਗੇ। ਜਿਵੇਂ ਡੂੰਘੀ ਧਾਰ ਦਾ ਮਤਲਬ ਹੁੰਦਾ ਸਮੁੰਦਰ ਦੇ ਵਿੱਚ ਕੋਈ ਡੁੱਬ ਜਾਏ ਤੇ ਲਾਸ਼ ਵੀ ਨਹੀਂ ਨਾ ਲੱਭਦੀ। ਤਾਂ ਇਹਦਾ ਮਤਲਬ ਉਹ ਲੋਕ ਆਤਮਿਕ ਮੌਤੇ ਮਰ ਜਾਂਦੇ ਨੇ ਜੋ ਇਹ ਸਮਝ ਬੈਂਦੇ ਨੇ, ਜਿਨ੍ਹਾਂ ਦਾ ਇਹ ਵਿਸ਼ਵਾਸ ਬਣ ਜਾਂਦਾ ਹੈ ਕਿ ਇਹ ਪੱਥਰ ਹੀ ਮੂਰਤੀ ਹੈ। ਦੇਖੋ ਇੱਥੇ ਕਿੰਨੇ ਗਜ਼ਬ ਦੀ ਗੱਲ ਕਹੀ ਹੈ, ਕਿੰਨੇ ਸੌਖੇ ਸ਼ਬਦਾਂ ਵਿੱਚ ਕਹੀ ਹੈ, ਪਰ ਅਸੀਂ ਫਿਰ ਪਤਾ ਕੀ ਕਹਿੰਦੇ ਆ? ਅਸੀਂ ਕਹਿੰਦੇ ਆ ਨਹੀਂ ਜੀ, ਵਿਸ਼ਵਾਸ ਹੋਣਾ ਚਾਹੀਦਾ ਹੈ, ਸ਼ਰਧਾ ਹੋਣੀ ਚਾਹੀਦੀ ਹੈ। ਤੇ ਕਬੀਰ ਜੀ ਇੱਥੇ ਵਿਸ਼ਵਾਸ ਦੀ ਗੱਲ ਕਰ ਰਹੇ ਨੇ ਕਿ ਜਿਨ੍ਹਾਂ ਦਾ ਇਹ ਵਿਸ਼ਵਾਸ ਹੋਏਗਾ, ਜਿਹੜਾ ਇਸ ਵਿਸ਼ਵਾਸ ਤੇ ਰਹੇਗਾ, ਜਿੰਨਾ ਮਰਜ਼ੀ ਪੱਕਾ ਵਿਸ਼ਵਾਸ ਹੋਏ ਕਿ ਇਹ ਪੱਥਰ ਹੀ ਰੱਬ ਹੈ, ਜਿਹਦਾ ਇਹ ਵਿਸ਼ਵਾਸ ਹੋਏਗਾ ਉਹ ਆਤਮਿਕ ਮੌਤੇ ਮਰ ਜਾਏਗਾ, ਉਹ ਕਾਲੀ ਧਾਰ ਦੇ ਵਿੱਚ ਡੁੱਬ ਜਾਏਗਾ। ਯਾਨੀ ਉਹਦੇ ਅੰਦਰ ਕੋਈ ਸ਼ੁਭ ਗੁਣ ਪੈਦਾ ਨਹੀਂ ਹੋਣਗੇ, ਆਤਮਿਕ ਜ਼ਿੰਦਗੀ ਉਹ ਨਹੀਂ ਜੀ ਸਕੇਗਾ ਜੇਕਰ ਗੁਣਾਂ ਦਾ ਧਾਰਨੀ ਨਹੀਂ ਹੈ। ਇਸ ਲਈ ਵਿਸ਼ਵਾਸ ਜਿਹੜਾ ਹੈ ਉਹ ਸੱਚ ਦੇ ਉੱਤੇ ਹੋਣਾ ਚਾਹੀਦਾ ਹੈ, ਅੰਧ ਵਿਸ਼ਵਾਸ ਨਹੀਂ ਹੋਣਾ ਚਾਹੀਦਾ। ਤਾਂ ਸਿੱਖ ਧਰਮ ਦੇ ਅੰਦਰ ਮੂਰਤੀ ਪੂਜਾ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਵਿਧਾਨ ਨਹੀਂ, ਚਾਹੇ ਉਹ ਮੂਰਤੀ ਪੱਥਰ ਦੀ ਹੈ, ਚਾਹੇ ਉਹ ਮੂਰਤੀ ਤਸਵੀਰ ਦੀ ਹੈ। ਨਾ ਕਾਗਜ਼ ਦੀ ਮੂਰਤੀ ਰੱਬ ਹੈ ਔਰ ਨਾ ਪੱਥਰ ਦੀ ਮੂਰਤੀ ਰੱਬ ਹੈ। ਰੱਬ ਹਰ ਇਨਸਾਨ ਦੇ ਅੰਦਰ ਹੈ। ਰੱਬ ਇੱਕ ਪਰਮ ਸਰਮ ਵਿਆਪਕ ਸੱਤਿਆ ਹੈ। ਅਦਿਸਤਾ ਹੋਇਆ ਸਾਰਾ ਜਗਤ ਉਸੇ ਦਾ ਰੂਪ ਹੈ ਔਰ ਪ੍ਰਭੂ ਤਾਂ ਹਰ ਇਨਸਾਨ ਦੇ ਅੰਦਰ ਵਸ ਰਿਹਾ ਹੈ। ਘਟ ਘਟ ਮੈਂ ਹਰ ਜੂ ਬਸੈ। ਹਰ ਦਿਸਤਾ ਮਨੁੱਖ ਉਸ ਰੱਬ ਦਾ ਰੂਪ ਹੈ, ਜੋ ਦਿਸੈ ਸੋ ਤੇਰਾ ਰੂਪ। ਇਸ ਲਈ ਇਸ ਵਿਸ਼ਵਾਸ ਤੋਂ ਉਤਾਂ ਉੱਠ ਕੇ ਸਾਨੂੰ ਬੰਦਿਆਂ ਦੇ ਵਿੱਚ, ਇਨਸਾਨਾਂ ਦੇ ਅੰਦਰ ਰੱਬ ਵੇਖਣਾ ਚਾਹੀਦਾ ਹੈ। ਹਰ ਇਨਸਾਨ ਨੂੰ ਦੂਜੇ ਇਨਸਾਨ ਦੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਕਰਨਾ ਚਾਹੀਦਾ ਹੈ। ਹਰ ਇਨਸਾਨ ਨੂੰ ਆਪਣੇ ਅੰਦਰ ਰੱਬੀ ਗੁਣਾਂ ਨੂੰ ਵੇਖ ਕੇ
वैसा ही विहार अपना उच्चा सुच्चा बनाना चाहिए है। कबीर कागद की ओबरी मस के कर्म कपाट, पाहन बोरी पृथ्वी पंडित पाड़ी बाट। ये जो ओबरी शब्द है ना, इसके जो अर्थ ने वो कई कीते गए ने। भाई कान सिंह जी नाभा इसके अर्थ करते हैं कि ये ओबरी जिहड़ी है संज्ञा है, ਇਹਦਾ अर्थ है पशुशाला, पशुआं दे बन्नण दी कोठड़ी। ते दूजा ਇਹਦਾ अर्थ है चुगाट चौखट कपाट। ਤੇ ਭਾਈ ਵੀਰ ਸਿੰਘ ਜੀ ਇਹਦਾ ਅਰਥ ਕਰਦੇ ਨੇ ਕਿ ਇਹ ਸੰਸਕ੍ਰਿਤ ਦਾ ਸ਼ਬਦ ਹੈ ਵਿਵਰ, ਹਿੰਦੀ ਵਿੱਚ ਓਬਰੀ। ਇਹਦਾ ਮਤਲਬ ਹੈ ਕੋਠੜੀ ਜਾਂ ਕੈਦਖਾਨੇ ਦੀ ਕੋਠੜੀ। ਔਰ ਭਾਈ ਗੁਰਚਰਨ ਸਿੰਘ ਜੀ ਇਹਦਾ ਅਰਥ ਜੋ ਕਰ ਰਹੇ ਨੇ ਉਹ ਵੀ ਇਹੀ ਕਰ ਰਹੇ ਨੇ ਕਿ ਪਸ਼ੂਆਂ ਨੂੰ ਬੰਨਣ ਵਾਲਾ ਕਮਰਾ। ਤਾਂ ਇੱਥੇ ਓਬਰੀ ਦਾ ਮਤਲਬ ਹੈ ਕੋਠੜੀ, ਕੈਦਖਾਨਾ, ਜਿਹਦੇ ਵਿੱਚ ਕਿਸੇ ਨੂੰ ਚਾਹੇ ਪਸ਼ੂਆਂ ਨੂੰ ਬੰਨਿਆ ਜਾਏ ਜਾਂ ਕਿਸੇ ਬੰਦੇ ਨੂੰ ਡੱਕਿਆ ਜਾਏ। ਕਾਗਜ਼ ਦਾ ਮਤਲਬ ਕਾਗਜ਼, ਓਬਰੀ ਦਾ ਮਤਲਬ ਕੈਦਖਾਨੇ ਦੀ ਕੋਠੜੀ। ਕਾਗਜ਼ ਦਾ ਭਾਵ ਕਾਗਜ਼ ਯਾਨੀ ਜੋ ਧਰਮ ਗ੍ਰੰਥ ਨੇ, ਸ਼ਾਸਤਰ ਨੇ। ਮਸ ਦਾ ਮਤਲਬ ਸਿਆਹੀ, ਮਸਕੇ ਦਾ ਮਤਲਬ ਸਿਆਹੀ ਦੇ ਨਾਲ ਲਿਖੇ ਹੋਏ। ਕਰਮ ਦਾ ਮਤਲਬ ਕਰਮ ਕਾਂਡ ਦੀ ਮਰਿਆਦਾ, ਤੇ ਕਾਟ ਦਾ ਮਤਲਬ ਕਿਵਾੜ, ਪੱਕੇ ਦਰਵਾਜ਼ੇ। ਜਿਵੇਂ ਇੱਕ ਕੋਠੜੀ ਹੁੰਦੀ ਹੈ ਔਰ ਉਸ ਕੋਠੜੀ ਦੇ ਅੱਗੇ ਦਰਵਾਜ਼ੇ ਲੱਗੇ ਹੋਏ ਹੁੰਦੇ ਨੇ, ਇੱਥੇ ਸਿਆਹੀ ਦੇ ਨਾਲ ਜੋ ਲਿਖਤ ਹੈ ਉਹਨੂੰ ਦਰਵਾਜ਼ੇ ਕਹਿ ਰਹੇ ਨੇ। ਔਰ ਕਾਗਜ਼ ਦਾ ਮਤਲਬ ਜੋ ਧਰਮ ਸ਼ਾਸਤਰ ਨੇ ਉਹਨਾਂ ਨੂੰ ਕਬੀਰ ਜੀ ਇੱਥੇ ਕੋਠੜੀ ਕਹਿ ਰਹੇ ਨੇ। ਤਾਂ ਕਬੀਰ ਜੀ ਕਹਿੰਦੇ ਨੇ ਇਹ ਜੋ ਪੁਜਾਰੀ ਲੋਕ ਨੇ ਇਹਨਾਂ ਦੇ ਸ਼ਾਸਤਰ ਮਾਨੋ ਇੱਕ ਕੈਦਖਾਨਾ ਹੈ, ਜਿਹਦੇ ਵਿੱਚ ਇਹਨਾਂ ਨੇ ਸੰਸਾਰ ਦੇ ਲੋਕਾਂ ਨੂੰ ਕੈਦ ਕੀਤਾ ਹੋਇਆ। ਤੇ ਇਹਨਾਂ ਸ਼ਾਸਤਰਾਂ ਦੇ ਅੰਦਰ ਜੋ ਸਿਆਹੀ ਦੇ ਨਾਲ ਲਿਖੀ ਹੋਈ ਕਰਮਕਾਂਡ ਦੀ ਮਰਿਆਦਾ ਹੈ ਨਾ, ਇਹ ਉਸ ਕੈਦਖਾਨੇ ਦੇ ਬੰਦ ਦਰਵਾਜ਼ੇ ਨੇ ਜਿਨ੍ਹਾਂ ਦੇ ਵਿੱਚੋਂ ਲੋਕ ਨਿਕਲ ਨਹੀਂ ਪਾ ਰਹੇ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਸ਼ਾਸਤਰ ਜੋ ਪੁਜਾਰੀ ਦੇ ਨੇ ਉਹ ਮਾਨੋ ਇੱਕ ਕੈਦਖਾਨਾ ਇਹਨਾਂ ਨੇ ਬਣਾਇਆ ਹੋਇਆ ਹੈ, ਤੇ ਜੋ ਸਿਆਹੀ ਦੇ ਨਾਲ ਲਿਖੇ ਹੋਏ ਕਰਮਕਾਂਡ ਨੇ ਉਹ ਮਾਨੋ ਦਰਵਾਜ਼ਾ ਨੇ। ਔਰ ਐਸੇ ਉਹ ਭੀੜੇ ਦਰਵਾਜ਼ੇ ਬੰਦ ਕੀਤੇ ਨੇ ਕਿ ਉਹਨਾਂ ਦੇ ਵਿੱਚੋਂ ਲੋਕ ਨਿਕਲ ਨਹੀਂ ਪਾ ਰਹੇ। ਹੁਣ ਕਰਮਕਾਂਡ ਕਿੰਨੇ ਨੇ, ਜੋ ਵੀ ਦੇਖੋ ਬਾਣੀ ਦੇ ਅੰਦਰ ਕਿੰਨੇ ਸਾਰੇ ਕਰਮਕਾਂਡ ਸਾਡੇ ਵਾਸਤੇ ਗੁਰਦੇਵ ਪਾਤਸ਼ਾਹ ਨੇ ਬਿਆਨ ਕਰਕੇ ਸਮਝਾਇਆ ਹੈ। ਪਾਗੂ ਪੇਤਾਣਾ, ਆਪਣਾ ਕੀਆ ਕਮਾਣਾ, ਇਹ ਕਰਮਕਾਂਡ ਹੀ ਹੈ ਨਾ। ਲੋਕ ਕਹਿੰਦੇ ਨੰਗੀ ਪੈਰੀ ਯਾਤਰਾ ਜਾਣਾ ਹੈ ਤੀਰਥਾਂ ਤੇ। ਹੁਣ ਨੰਗੇ ਪੈਰੀ ਤੁਰਨ ਦੇ ਨਾਲ ਕੀ ਹੋ ਜਾਏਗਾ? ਨੰਗੇ ਪੈਰਾਂ ਨਾਲ ਤੁਰਨਾ ਕੋਈ ਧਰਮ ਥੋੜਾ ਹੈ। ਜੇ ਨੰਗੇ ਪੈਰੀ ਕਿਤੇ ਤੁਰ ਕੇ ਜਾਣ ਦੇ ਨਾਲ ਰੱਬ ਮਿਲਦਾ ਹੋਵੇ ਤਾਂ ਬਾਂਦਰਾਂ ਨੇ ਕਿਹੜੀਆਂ ਗੁਰਗਾਬੀਆਂ ਪਾਈਆਂ ਨੇ? ਪਸ਼ੂ ਨੰਗੇ ਹੀ ਫਿਰ ਰਹੇ ਨੇ। ਪੱਗ ਉੱਪੇ ਤਾਣਾ, ਆਪਣਾ ਕੀਆ ਕਮਾਣਾ, ਅਲਮਲ ਖਾਈ, ਸਿਰ ਛਾਈ ਪਾਈ, ਮੂਰਖ ਅੰਧੇ ਪੱਤ ਗਵਾਈ, ਰਹਿ ਬੇਬਾਣੀ ਮੜੀਆਂ ਵਿੱਚ ਵਸਣਾ। ਰਹਿ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ। ਔਰ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਰਾ ਧਰਮ ਗ੍ਰੰਥਾਂ ਨੂੰ ਪੜ੍ਹੀ ਜਾਣਾ, ਉਹਨਾਂ ਦੀ ਵਿਚਾਰ ਕਰੀ ਜਾਣੀ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬੰਦੇ। ਇਹ ਕਰਮ ਕਰੀ ਜਾਣੇ, ਲੇਕਿਨ ਕਾਮ ਕ੍ਰੋਧ ਆਦਿਕ ਤੋਂ ਆਪਣਾ ਖੇੜਾ ਨਾ ਛਡਾਣਾ। ਸੱਚ ਦੀ ਜ਼ਿੰਦਗੀ ਨਾ ਜੀਣੀ, ਵਿਖਾਵੇ ਦੇ ਕਰਮ ਕਰੀ ਜਾਣੇ। ਦੇਸ਼ ਛੋੜ ਪਰਦੇਸੇ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ, ਕਾਨ ਫੁਰਾਏ ਹਿਰਾਏ ਟੂਕਾ, ਘਰ ਘਰ ਮੰਗੇ ਤ੍ਰਿਪਤਾਵਨ ਤੇ ਚੂਕਾ, ਬਨਤਾ ਛੋੜ ਬਦ ਨਦਰ ਪਰ ਨਾਰੀ, ਵੇਸ ਨਾ ਪਾਈਏ ਮਹਾਂ ਦੁਖਿਆਰੀ, ਬੋਲੇ ਨਾਹੀ ਹੋਏ ਬੈਠਾ ਮੋਨੀ, ਅੰਤਰ ਕਲਪ ਪੁਆਈਏ ਜੋਨੀ, ਅੰਨ ਤੇ ਰਹਿਤਾ ਦੁਖ ਦੇਹੀ ਸਹਿਤਾ, ਹੁਕਮ ਨਾ ਬੂਝੇ ਵਿਆਪਿਆ ਮਮਤਾ। ਇਹ ਸਾਰੇ ਕਰਮ ਕਾਂਡ ਹੀ ਨੇ। ਲੋਕ ਇਹ ਕਰਮ ਕਾਂਡ ਕਰੀ ਜਾ ਰਹੇ ਨੇ ਔਰ ਇਹ ਲਿਖਤ ਹੈ। ਕਬੀਰ ਜੀ ਕਹਿੰਦੇ ਨੇ ਇਹ ਲਿਖਤਾਂ ਜਿਹੜੀਆਂ ਨੇ ਮਾਨੋ ਉਸ ਕੋਠੜੀ ਦੇ ਦਰਵਾਜ਼ੇ ਨੇ ਜਿਨ੍ਹਾਂ ਦੇ ਅੰਦਰ ਇਹਨਾਂ ਲੋਕਾਂ ਨੂੰ ਕੈਦ ਕੀਤਾ ਗਿਆ ਹੈ ਔਰ ਆਮ ਲੋਕ ਧਰਮ ਸ਼ਾਸਤਰਾਂ ਦੇ ਦੱਸੇ ਹੋਏ ਕਰਮ ਕਾਂਡਾਂ ਦੇ ਵਿੱਚ ਕੈਦ ਨੇ। ਅਗਲੀ ਪੰਕਤੀ ਵਿੱਚ ਕਹਿੰਦੇ ਨੇ ਪਾਹਨ ਬੋਰੀ ਪ੍ਰਿਥਵੀ। ਇੱਥੇ ਬੋਰੀ ਦਾ ਮਤਲਬ ਹੈ ਡੋਬ ਦੇਣਾ, ਪ੍ਰਿਥਵੀ ਦਾ ਮਤਲਬ ਧਰਤੀ, ਧਰਤੀ ਦਾ ਮਤਲਬ ਲੁਕਾਈ, ਧਰਤੀ ਦੇ ਲੋਕ। ਪਾਹਨ ਦਾ ਮਤਲਬ ਪੱਥਰ। ਪੰਡਿਤ ਪਾੜੀ ਬਾਟ,
ਪਾੜੀ ਬਾਟ ਦਾ ਮਤਲਬ ਰਾਹ ਭੰਨ ਲਿਆ, ਡਾਕਾ ਮਾਰਨਾ। ਜਿਵੇਂ ਬਾਟ ਦਾ ਮਤਲਬ ਹੁੰਦਾ ਰਾਸਤਾ, ਬਾਟ ਮਾਰ, ਡਾਕਾ ਮਾਰ ਲੈਣਾ। ਰਾਸਤੇ ਦੇ ਅੰਦਰ ਤੁਰਦੇ ਹੋਏ ਮੁਸਾਫਰਾਂ ਨੂੰ ਲੁੱਟ ਲੈਣਾ। ਪਹਿਲਾਂ ਲੋਕ ਲੁੱਟ ਲੈਂਦੇ ਸਨ, ਅੱਜ ਵੀ ਲੁੱਟਦੇ ਨੇ, ਕਿਉਂਕਿ ਲੁੱਟਾਂ ਖੋਹਾਂ ਪਹਿਲਾਂ ਵੀ ਸਨ, ਅੱਜ ਵੀ ਨੇ। ਅੱਜ ਵੀ ਲੋਕੀ ਤੁਰਦੇ ਬੰਦੇ ਦਾ ਫੋਨ ਖੋਹ ਕੇ ਭੱਜ ਜਾਣਗੇ, ਜੰਜੀਰੀ ਕਿਸੇ ਬੀਬੀ ਦੀ ਖਿੱਚ ਕੇ ਭੱਜ ਗਏ, ਬੈਗ ਭੱਜ ਗਏ, ਡਾਕਾ ਮਾਰ ਲਿਆ, ਚੋਰੀ ਕਰ ਲਈ, ਲੁੱਟ ਰਹੇ ਨੇ ਨਾ ਲੋਕ। ਪਾਹਨ ਬੋਰੀ ਪ੍ਰਿਥਵੀ, ਪਾਹਨ ਦਾ ਮਤਲਬ ਪੱਥਰ। ਇਸ ਕੈਦਖਾਨੇ ਦੇ ਵਿੱਚ ਰੱਖੀਆਂ ਪੱਥਰ ਦੀਆਂ ਮੂਰਤੀਆਂ ਨੇ ਧਰਤੀ ਦੇ ਬੰਦਿਆਂ ਨੂੰ ਸਮੁੰਦਰ ਵਿੱਚ ਡੋਬ ਦਿੱਤਾ ਹੈ। ਪਾਹਨ ਬੋਰੀ ਪ੍ਰਿਥਵੀ, ਮੂਰਤੀ ਪੂਜਾ, ਲੋਕਾਂ ਨੂੰ ਡੋਬ ਦਿੱਤਾ। ਲੋਕ ਪੱਥਰ ਪੂਜ ਪੂਜ ਕੇ ਪੱਥਰ ਵਰਗੇ ਹੀ ਹੋ ਗਏ, ਬੰਦਾ ਹੀ ਪੱਥਰ ਵਰਗਾ ਹੋ ਗਿਆ। ਬੰਦੇ ਨੂੰ ਬੰਦੇ ਦਾ ਦਰਦ ਹੀ ਨਹੀਂ ਹੈ। ਨਿੱਕੀ ਜੀ ਗੱਲ ਕਿਸੇ ਨੂੰ ਕਹਿ ਕੇ ਵੇਖ ਲਓ, ਲੋਕ ਲੜਨ ਮਰਨ ਵਾਸਤੇ ਤਿਆਰ ਹੋ ਜਾਂਦੇ ਨੇ। ਕਤਲੋ ਗਾਰਤ, ਧਰਮ ਦੇ ਨਾਮ ਤੇ ਲੜਾਈਆਂ, ਦੰਗੇ ਫਸਾਦ। ਬੰਦਾ ਹੀ ਪੱਥਰ ਵਰਗਾ ਹੋ ਗਿਆ, ਬੰਦੇ ਦੇ ਅੰਦਰੋਂ ਕੋਮਲਤਾ ਖਤਮ ਹੋ ਗਈ, ਔਰ ਲੋਕ ਮੂਰਤੀ ਪੂਜਾ ਦੇ ਅੰਦਰ ਹੀ ਉਲਝ ਕੇ ਰਹਿ ਗਏ। ਚਾਹੀਦਾ ਤੇ ਇਹ ਸੀ ਬੰਦਾ ਬੰਦੇ ਦੇ ਵਿੱਚ ਰੱਬ ਨੂੰ ਵੇਖਦਾ, ਬੰਦਾ ਆਪਣੇ ਅੰਦਰੋਂ ਸ਼ੁਭ ਗੁਣਾਂ ਨੂੰ ਪ੍ਰਗਟ ਕਰਦਾ, ਇਨਸਾਨੀਅਤ ਨੂੰ ਪ੍ਰਗਟ ਕਰਦਾ। ਪਰ ਇਹਨੇ ਉਸ ਰੱਬ ਨੂੰ ਛੱਡ ਕੇ, ਸਾਰਿਆਂ ਦੇ ਵਿੱਚ ਰੱਬ ਨੂੰ ਨਾ ਵੇਖ ਕੇ ਪੱਥਰਾਂ ਨੂੰ ਰੱਬ ਬਣਾ ਲਿਆ। ਤੇ ਇਸ ਪੱਥਰ ਪੂਜਾ ਨੇ, ਮੂਰਤੀ ਪੂਜਾ ਨੇ ਮਾਨੋ ਧਰਤੀ ਨੂੰ ਡੋਬ ਦਿੱਤਾ, ਲੋਕਾਂ ਨੂੰ ਇਸ ਕਰਮ ਕਾਂਡ ਦੇ ਵਿੱਚ ਡੋਬ ਦਿੱਤਾ। ਪੰਡਿਤ ਪਾੜੀ ਬਾਟ, ਪੰਡਿਤ ਦਾ ਮਤਲਬ ਜਿਹੜੇ ਵਿਦਵਾਨ ਨੇ, ਬ੍ਰਾਹਮਣ ਨੇ ਜਾਂ ਹੋਰ ਕੋਈ ਵਿਦਵਾਨ ਹੈ, ਜਿਨ੍ਹਾਂ ਨੇ ਇਹ ਕਰਮ ਕਾਂਡ ਦ੍ਰਿੜ ਕਰਾਏ ਕਿ ਤੁਸੀਂ ਇਹ ਕਰਮ ਕਰੋ, ਜਿਹੜੇ ਸਾਨੂੰ ਦੱਸਦੇ ਨੇ ਵੀ ਤੀਰਥਾਂ ਤੇ ਨਹਾਉਣ ਦੇ ਨਾਲ ਤੁਹਾਨੂੰ ਇਹ ਫਲ ਮਿਲੇਗਾ। ਜਿਹੜੇ ਲੋਕ ਕਹਿੰਦੇ ਨੇ ਕਿ ਦਾਨ ਪੁੰਨ ਕਰਨ ਨਾਲ ਤੁਹਾਨੂੰ ਮਰਨ ਤੋਂ ਬਾਅਦ ਸਵਰਗ ਮਿਲੇਗਾ, ਨਾ ਦਾਨ ਪੁੰਨ ਕਰੋਗੇ ਨਰਕਾਂ ਵਿੱਚ ਪਾਓਗੇ। ਜਿਹੜੇ ਵੀ ਦੱਸਦੇ ਨੇ, ਚਾਹੇ ਉਹ ਪੰਡਿਤ ਹੈ ਜਾਂ ਕੋਈ ਮੇਰੇ ਵਰਗਾ ਗਿਆਨੀ ਹੈ ਜਾਂ ਕੋਈ ਹੋਰ ਕੋਈ ਵੀ ਹੈ, ਪੰਡਿਤ ਪਾੜੀ ਬਾਟ, ਇਹਨਾਂ ਪੰਡਤਾਂ ਨੇ, ਵਿਦਵਾਨਾਂ ਨੇ ਲੁੱਟ ਲਿਆ ਦੁਨੀਆ ਨੂੰ, ਦਾਨ ਦੀ ਰਾਹੀਂ ਲੁੱਟ ਲਿਆ, ਮੂਰਤੀ ਪੂਜਾ ਵਿੱਚ ਲਾ ਕੇ ਦਛਨਾ ਔਰ ਦਾਨ ਆਦਿਕ ਦੀ ਰਾਹੀਂ ਇਹ ਲੁੱਟ ਰਹੇ ਨੇ। ਪੰਡਿਤ ਪਾੜੀ ਬਾਟ ਦਾ ਮਤਲਬ ਲੁੱਟ ਰਹੇ ਨੇ, ਇਹ ਲੁਟੇਰੇ ਨੇ। ਔਰ ਹਕੀਕਤ ਹੈ, ਜਦੋਂ ਤੁਸੀਂ ਆਚਾਰ ਚ ਫੇਰੇ ਵੇਖੋਗੇ ਤੇ ਕੀ ਧਰਮ ਦੇ ਨਾਮ ਦੇ ਉੱਤੇ ਐਸੀ ਲੁੱਟ ਨਹੀਂ ਹੋ ਰਹੀ? ਕਿ ਧਰਮ ਦੇ ਨਾਮ ਤੇ ਲੋਕਾਂ ਦਾ ਆਰਥਿਕ ਔਰ ਮਾਨਸਿਕ ਸ਼ੋਸ਼ਣ ਨਹੀਂ ਕੀਤਾ ਜਾਂਦਾ? ਹਕੀਕਤ ਹੈ। ਚਾਰ ਚੁਫੇਰੇ ਵੇਖੋ, ਆਪਣੇ ਜਾਤੀ ਤਜਰਬੇ ਤੋਂ ਵੇਖੋ, ਗੁਰਬਾਣੀ ਨੂੰ ਪੜ੍ਹ ਕੇ ਗੁਰਬਾਣੀ ਅਨੁਸਾਰ ਇਸ ਜੀਵਨ ਨੂੰ ਸਮਝਣ ਦੀ ਜੇ ਅਸੀਂ ਟਰਾਈ ਕਰੀਏ ਤਾਂ ਵਾਸਤਵ ਦੇ ਵਿੱਚ ਹਕੀਕਤ ਹੈ, ਧਰਮ ਤੇ ਬੰਦੇ ਦੇ ਫਰਜ਼ ਸਨ। ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨਾ ਹੀ ਧਰਮ ਸੀ। ਏਕੋ ਧਰਮ ਦ੍ਰਿੜੈ ਸੱਚ ਕੋਈ। ਧਰਮ ਨੇ ਤਾਂ ਦੁਨੀਆ ਦੇ ਅੰਦਰ ਇਨਸਾਨੀਅਤ ਪੈਦਾ ਕਰਨੀ ਸੀ। ਧਰਮ ਨੇ ਤਾਂ ਮਨੁੱਖ ਨੂੰ ਮਨੁੱਖ ਦੇ ਨਜ਼ਦੀਕ ਲਿਆਉਣਾ ਸੀ। ਧਰਮ ਨੇ ਤਾਂ ਮਨੁੱਖ ਨੂੰ ਰੱਬ ਵਰਗਾ ਬਣਾਉਣਾ ਸੀ। ਪਰ ਧਰਮ ਦੇ ਨਾਮ ਤੇ ਲੜਾਈਆਂ, ਦੰਗੇ, ਫਸਾਦ, ਲੁੱਟ ਖਸੁੱਟ ਔਰ ਧਰਮ ਦੇ ਨਾਮ ਦੇ ਉੱਤੇ ਅੰਧ ਵਿਸ਼ਵਾਸ ਫੈਲਾਏ ਜਾਂਦੇ ਨੇ, ਔਰ ਰੱਬ ਦੇ ਨਾਮ ਦੇ ਉੱਤੇ ਕਤਲੋ ਗਾਰਤ ਹੁੰਦੀ ਹੈ। ਤਾਂ ਇਸ ਲਈ ਕਬੀਰ ਜੀ ਕਹਿੰਦੇ ਨੇ ਇਹ ਲੋਕ ਮਾਨੋ ਡਾਕੂ ਨੇ, ਜੋ ਆਮ ਜੋ ਮੁਸਾਫਰ ਹੈ ਦੁਨੀਆ ਦੇ ਅੰਦਰ, ਇਹਨਾਂ ਨੂੰ ਕਰਮ ਕਾਂਡਾਂ ਦੇ ਅੰਦਰ ਫਸਾ ਕੇ ਲੁੱਟ ਰਹੇ ਨੇ। ਤਾਂ ਕਬੀਰ ਜੀ ਦਾ ਇਹ ਪਾਵਨ ਸ਼ਲੋਕ, ਕਬੀਰ ਕਾਗਦ ਕੀ ਉਬਰੀ ਮਸ ਕੇ ਕਰਮ ਕਪਾਟ, ਪਾਹਨ ਬੋਰੀ ਪ੍ਰਿਥਵੀ ਪੰਡਿਤ ਪਾੜੀ ਬਾਟ। ਭਾਈ ਸਾਹਿਬ ਸਿੰਘ ਜੀ ਇਸ ਦਾ ਅਰਥ ਇਹ ਕਰ ਰਹੇ ਨੇ ਕਿ ਇਹਨਾਂ ਪੰਡਤਾਂ ਦੇ ਸ਼ਾਸਤਰ ਮਾਨੋ ਕੈਦਖਾਨਾ ਨੇ। ਇਹਨਾਂ ਸ਼ਾਸਤਰਾਂ ਵਿੱਚ ਲਿਖੀ ਹੋਈ ਜੋ ਕਰਮ ਕਾਂਡ ਦੀ ਮਰਿਆਦਾ ਹੈ, ਉਹ ਮਾਨੋ ਉਸ ਕੈਦਖਾਨੇ ਦੇ ਬੰਦ ਦਰਵਾਜ਼ੇ ਨੇ। ਇਸ ਕੈਦਖਾਨੇ ਵਿੱਚ ਰੱਖੀਆਂ ਪੱਥਰ ਕਾਗਜ਼ ਦੀਆਂ ਮੂਰਤੀਆਂ ਨੇ ਧਰਤੀ ਦੇ ਬੰਦਿਆਂ ਨੂੰ ਸੰਸਾਰ ਸਾਗਰ ਵਿੱਚ ਡੋਬ ਦਿੱਤਾ ਹੈ। ਤੇ ਪੰਡਿਤ ਲੋਕ, ਜੋ ਪੁਜਾਰੀ ਲੋਕ ਨੇ, ਡਾਕੇ ਮਾਰ ਰਹੇ ਨੇ। ਭਾਵ ਸਾਦਾ ਦਿਲ ਲੋਕਾਂ ਨੂੰ, ਜਿਹੜੇ ਭੋਲੇ ਭਾਲੇ ਲੋਕ ਨੇ, ਉਹਨਾਂ ਨੂੰ ਸ਼ਾਸਤਰਾਂ ਦੀ ਕਰਮ ਕਾਂਡ ਦੀ ਮਰਿਆਦਾ ਔਰ ਮੂਰਤੀ ਪੂਜਾ ਵਿੱਚ ਲਾ ਕੇ ਦਾਨ ਦਛਨਾ ਦੇ ਨਾਮ ਦੇ ਉੱਤੇ ਲੋਕਾਂ ਨੂੰ ਲੁੱਟ ਰਹੇ ਨੇ। ਇਸ ਸੰਸਾਰ ਨੂੰ ਕੁਰਾਏ ਪਾਇਆ ਗਿਆ ਹੈ, ਜਿਸ ਕਰਕੇ ਬੰਦਾ ਬੰਦੇ ਤੋਂ ਦੂਰ ਹੋਇਆ। ਹੁਣ ਸਾਨੂੰ ਚੰਗੇ ਕਰਮ ਕਰਨ ਦੀ ਪ੍ਰੇਰਨਾ ਦੇ ਰਹੇ ਨੇ।
ਕਿ ਸਾਨੂੰ ਐਸੇ ਕਰਮਕਾਂਡ ਛੱਡ ਕੇ, ਵਿਕਾਰਾਂ ਦੇ ਰਾਹ ਨੂੰ ਛੱਡ ਕੇ ਤੇ ਸੱਚੇ ਰਾਹ ਦੇ ਉੱਤੇ ਤੁਰਨਾ ਚਾਹੀਦਾ ਹੈ। ਹਰ ਇੱਕ ਦੇ ਅੰਦਰ ਅਸੀਂ ਪ੍ਰਭੂ ਨੂੰ ਵੇਖੀਏ, ਮੇਰ ਤੇਰ ਦੇ ਵਿਤਕਰੇ ਖਤਮ ਕਰੀਏ, ਆਪਣੇ ਅੰਦਰ ਇਨਸਾਨੀਅਤ ਪੈਦਾ ਕਰੀਏ। ਪਰ ਇਹ ਕੰਮ ਕਰਨ ਵਾਸਤੇ ਵੇਟ ਨਾ ਕਰੋ। ਕਬੀਰ ਜੀ ਸਾਨੂੰ ਸਮਝਾ ਰਹੇ ਨੇ, ਕਬੀਰ ਕਾਲ ਕਰੰਤਾ ਅਭੈ ਕਰ, ਅਬ ਕਰਤਾ ਸੋਇ ਤਾਲ, ਪਾਛੈ ਕਛੂ ਨਾ ਹੋਏਗਾ, ਜੋ ਸਿਰ ਪਰ ਆਵੇ ਕਾਲ। ਕਾਲ ਦਾ ਮਤਲਬ ਕੱਲ, ਕਰੰਤਾ ਦਾ ਮਤਲਬ ਜੋ ਕਰਨਾ ਹੈ, ਅਭੈ ਦਾ ਮਤਲਬ ਹੁਣੇ ਹੀ, ਤੇ ਸੋਏ ਤਾਲ ਦਾ ਮਤਲਬ ਅੱਖ ਦੇ ਚਮਕਣ ਜਿੰਨੇ ਸਮੇਂ ਵਿੱਚ, ਯਾਨੀ ਨਾਲ ਦੇ ਨਾਲ। ਤਾਂ ਸ਼ਲੋਕ ਨੰਬਰ 132 ਦੇ ਖਿਆਲ ਨੂੰ ਫਿਰ ਜਾਰੀ ਰੱਖ ਰਹੇ ਨੇ ਕਿ ਪ੍ਰਭੂ ਦਾ ਜਿਹੜਾ ਸਿਮਰਨ ਹੈ, ਪ੍ਰਭੂ ਦੇ ਜੋ ਗੁਣ ਨੇ, ਰੱਬੀ ਰਜਾ ਦੇ ਵਿੱਚ ਤੁਰਨਾ ਹੈ, ਉਹਦੇ ਵਾਸਤੇ ਆਲਸ ਨਹੀਂ ਕਰਨੀ ਚਾਹੀਦੀ, ਟਾਲ ਮਟੋਲ ਨਹੀਂ ਕਰਨੀ ਚਾਹੀਦੀ। ਜਿਵੇਂ ਗੁਰੂ ਰਾਮਦਾਸ ਜੀ ਨੇ ਵਚਨ ਕੀਤਾ ਹੈ ਨਾ ਕਿ ਗੁਰ ਸੇਵਿਓ ਬੇਗ ਬਿਗਾਲੀ, ਕਿ ਜਿੰਨੀ ਵੀ ਛੇਤੀ ਹੁੰਦਾ ਗੁਰੂ ਦੀ ਸ਼ਰਨ ਵਿੱਚ ਜਾਓ। ਮਤ ਜਾਣੋ ਆਜ ਕੇ ਕਾਲੀ, ਕਿ ਇਹ ਨਾ ਸਮਝੋ ਕਿ ਅੱਜ ਜਾਂ ਕੱਲ ਮੈਂ ਗੁਰੂ ਦੀ ਸ਼ਰਨ ਜਾਵਾਂਗਾ, ਚੰਗੇ ਕੰਮ ਕਰਾਂਗਾ। ਤਾਂ ਕਬੀਰ ਜੀ ਕਹਿੰਦੇ ਨੇ, ਜੋ ਤੁਹਾਡਾ ਗੋਲ ਹੈ, ਹੁਣ ਸਾਡਾ ਗੋਲ ਕੀ ਹੈ? ਸਚਿਆਰ ਹੋਣਾ। ਕਿਵ ਸਚਿਆਰਾ ਹੋਈ ਹੈ? ਮਨੁੱਖ ਮਾਤਰ ਦਾ ਗੋਲ ਇਹ ਹੈ ਕਿ ਉਹ ਮਨ ਬਚਨ ਕਰਮ ਕਰਕੇ ਸੱਚੀ ਜ਼ਿੰਦਗੀ ਜੀਵੇ। ਤੇ ਆਪਣੇ ਇਸ ਗੋਲ ਵਾਸਤੇ, ਰੱਬੀ ਗੁਣਾਂ ਦੇ ਧਾਰਨੀ ਹੋਣ ਵਾਸਤੇ ਜਿਹੜਾ ਕੰਮ ਕੱਲ ਕਰਨਾ ਉਹਨੂੰ ਅੱਜ ਹੀ ਕਰ ਲਓ। ਅਬ ਕਰਤਾ ਵੀ ਹੁਣੇ ਕਰਨਾ, ਥੋੜੀ ਦੇਰ ਠਹਿਰ ਕੇ। ਤਾਲ ਦਾ ਮਤਲਬ ਉਹਨੂੰ ਨਾਲ ਦੇ ਨਾਲ ਕਰੋ, ਦੇਰ ਨਾ ਕਰੋ। ਜਿਹੜਾ ਕੰਮ ਕੱਲ ਕਰਨਾ ਹੈ ਉਹਨੂੰ ਅੱਜ ਹੀ ਨਿਬੇੜ ਲਓ, ਜਿਹੜਾ ਅੱਜ ਕਰਨਾ ਉਹਨੂੰ ਹੁਣੇ ਨਿਬੇੜ ਲਓ। ਹੁਣੇ ਹੀ ਸੱਚ ਦੇ ਨਾਲ ਜੁੜੋ। ਕੱਲ ਦੀ ਵੇਟ ਕਿਉਂ ਕਰਨੀ? ਜੇ ਸੱਚ ਬੋਲਣਾ ਹੈ, ਦਇਆ ਕਰਨੀ ਹੈ, ਪ੍ਰੇਮ ਦੇ ਧਾਰਨੀ ਹੋਣਾ ਹੈ, ਖੁਸ਼ੀਆਂ ਵਾਲੇ ਰਾਹ ਤੇ ਚੱਲਣਾ ਹੈ, ਇਨਸਾਨੀਅਤ ਵਾਲੇ ਰਾਹ ਤੇ ਚੱਲਣਾ ਹੈ, ਤੇ ਕੱਲ ਕਿਉਂ? ਅੱਜ। ਤੇ ਅੱਜ ਵੀ ਫਿਰ ਸ਼ਾਮ ਨੂੰ ਕਿਉਂ? ਹੁਣ 2 ਵਜੇ ਨੇ ਨਾ, ਤੇ ਅਸੀਂ ਕभी ਵੀ ਚਲੋ 5 ਵਜੇ ਤੋਂ ਸ਼ੁਰੂ ਕਰਾਂਗੇ। 5 ਵਜੇ ਕਿਉਂ? 2 ਵਜੇ ਸ਼ੁਰੂ ਕਰੋ, ਹੁਣੇ ਹੀ। ਕਿਉਂ? ਇਹਦਾ ਰੀਜ਼ਨ ਕੀ ਹੈ? ਰੀਜ਼ਨ ਦੱਸਦੇ ਨੇ, ਪਾਛੇ ਕਛੂ ਨਾ ਹੋਏਗਾ, ਜੋ ਸਿਰ ਪਰ ਆਵੇ ਕਾਲ। ਜਦੋਂ ਸਿਰ ਤੇ ਸਮਾਂ ਆ ਗਿਆ, ਮੌਤ ਆ ਗਈ, ਤੇ ਫਿਰ ਤੇ ਕੁਝ ਹੋਣਾ ਨਹੀਂ। ਹੁਣ ਮੈਂ ਕਹਾਂ ਕਿ ਮੈਂ ਸ਼ਾਮ ਨੂੰ ਸ਼ੁਰੂ ਕਰਾਂਗਾ ਸੱਚ ਬੋਲਣਾ, ਤੇ ਕੀ ਪਤਾ ਸ਼ਾਮ ਤੱਕ ਮੇਰੀ ਮੌਤ ਹੀ ਹੋ ਜਾਏ, ਇੱਥੇ ਬੈਠੇ ਬੈਠੇ ਨੂੰ ਹਾਰਟ ਅਟੈਕ ਹੋ ਜਾਏ, ਕੀ ਪਤਾ ਮੌਤ ਹੋ ਜਾਏ। ਗੱਲ ਕੇਵਲ ਮੌਤ ਦੀ ਨਹੀਂ ਹੈ। ਜਦੋਂ ਸਿਰ ਦੇ ਉੱਤੇ ਸਮਾਂ ਆਵਣ, ਉਦੋਂ ਫਿਰ ਕੀ ਕਰੋਗੇ? ਕੁਝ ਵੀ ਨਹੀਂ। ਸਪੋਜ਼ ਕੋਈ ਬੱਚਾ ਅੱਜ 10ਵੀਂ ਦੇ ਵਿੱਚ ਹੋਇਆ ਹੈ, ਉਹਦੀ ਕਲਾਸ ਸ਼ੁਰੂ ਹੋਈ ਹੈ 10ਵੀਂ ਦੀ, ਤੇ ਉਹ ਕਹਿੰਦਾ ਹਾਲ ਤੇ ਸਾਲ ਪਿਆ ਹੈ, ਅੱਜ ਦਾ ਹੋਮਵਰਕ ਕੱਲ ਨੂੰ ਕਰ ਲਾਂਗਾ, ਯਾਦ ਕਰਨਾ ਪਰਸੋਂ ਨੂੰ ਕਰ ਲਾਂਗਾ, ਚਲੋ ਤਿਮਾਹੀ ਦੇ ਵਿੱਚ ਫੇਲ ਹੋ ਗਿਆ, ਛਮਾਹੀ ਵਿੱਚ ਪਾਸ ਹੋ ਜਾਵਾਂਗਾ, ਕੱਲ ਨੂੰ ਕਰਾਂਗਾ, ਪਰਸੋਂ ਨੂੰ ਕਰਾਂਗਾ। ਤੇ ਸਾਰਾ ਸਾਲ ਲੰਘਾ ਦੇਵੇ, ਨਾ ਯਾਦ ਕਰੇ, ਤਿਆਰੀ ਨਾ ਕਰੇ, ਤੇ ਉਧਰੋਂ ਪੇਪਰ ਆ ਜਾਣ, ਤੇ ਹੁਣ ਕੀ ਕਰੇਗਾ? ਹੁਣ ਤਾਂ ਕੁਝ ਨਹੀਂ ਨਾ ਹੋਣ ਲੱਗਾ। ਸਿਰ ਪਰ ਆਵੇ ਕਾਲ, ਤੇ ਫਿਰ ਕੀ ਹੋਏਗਾ? ਕੁਝ ਵੀ ਨਹੀਂ, ਫਿਰ ਤਾਂ ਫੇਲ ਹੀ ਹੋਣਾ। ਜੇ ਕਿਤੇ ਤਿਆਰੀ ਨਾ ਕੀਤੀ ਹੋਵੇ, ਮੰਨ ਲਓ ਅੱਗ ਲੱਗ ਜਾਏ ਘਰ ਨੂੰ, ਤੇ ਕੋਈ ਬੰਦਾ ਹੁਣ ਕਵੇ ਵੀ ਕਈਆਂ ਲਿਆਓ ਖੂਹ ਪੁੱਟੀਏ, ਤੇ ਖੂਹ ਪੁੱਟ ਕੇ ਅਸੀਂ ਪਾਣੀ ਕੱਢੀਏ, ਤੇ ਫਿਰ ਇਹ ਅੱਗ ਬੁਝਾਈਏ। ਕੀ ਖੂਹ ਪੁੱਟ ਕੇ ਅੱਗ ਬੁਝਾ ਲਵਾਂਗੇ? ਜਦੋਂ ਤੱਕ ਖੂਹ ਪੁੱਟਣਾ, ਉਦੋਂ ਤੱਕ ਤੇ 10 ਮਿੰਟਾਂ ਵਿੱਚ ਤੇ ਸਾਰਾ ਘਰ ਸੜ ਕੇ ਸੁਆਹ ਹੋ ਜਾਣਾ ਹੈ। ਪਹਿਲਾਂ ਤਿਆਰੀ ਚਾਹੀਦੀ ਹੈ ਨਾ। ਮੰਨ ਲਓ ਵਿਦੇਸ਼ੀ ਫੌਜ ਨੇ ਕਿਸੇ ਦੇਸ਼ ਦੇ ਉੱਤੇ ਹਮਲਾ ਕਰ ਦਿੱਤਾ ਹੋਏ, ਤੇ ਉਹ ਦੇਸ਼ ਦਾ ਬਾਦਸ਼ਾਹ ਆਪਣੇ ਨਾਗਰਿਕਾਂ ਨੂੰ ਕਹੇ ਵੀ ਫਟਾਫਟ ਭਰਤੀ ਹੋ, ਜੰਗ ਦੀ ਟ੍ਰੇਨਿੰਗ ਲੈ ਕੇ ਤੇ ਫੌਜ ਦਾ ਟਾਕਰਾ ਕਰੋ। ਹੁਣ ਐਡੀ ਛੇਤੀ ਭਰਤੀ ਕਰਕੇ ਤੇ ਫੌਜ ਦੀ ਟ੍ਰੇਨਿੰਗ ਜੰਗ ਦੀ ਦੇ ਕੇ ਤੇ ਜੰਗ ਥੋੜਾ ਜਿੱਤਿਆ ਜਾਣਾ ਹੈ। ਉਹ ਤਾਂ ਪਹਿਲਾਂ ਤਿਆਰੀ ਚਾਹੀਦੀ ਹੈ ਨਾ, ਸਮੇਂ ਦੇ ਨਾਲ ਕੰਮ ਕਰਨਾ ਚਾਹੀਦਾ। ਜੇ ਸਮੇਂ ਦੇ ਨਾਲ ਕੰਮ ਨਹੀਂ ਕਰੋਗੇ ਤਾਂ ਫਿਰ ਜ਼ਿੰਦਗੀ ਦੇ ਵਿੱਚ ਪਛਤਾਵਾ ਹੋਏਗਾ। ਇਸ ਲਈ ਆਪਣਾ ਕੰਮ ਜਿਹੜਾ ਹੈ, ਹਰ ਰੋਜ਼ ਹਰ ਪਲ ਨਾਲ ਦੇ ਨਾਲ ਉਹਨੂੰ ਨਿਬੇੜਦੇ ਜਾਓ, ਨਾਲ ਦੇ ਨਾਲ ਸੱਚ ਦੇ ਧਾਰਨੀ ਹੁੰਦੇ ਜਾਓ, ਗੁਣਾਂ ਦੇ ਧਾਰਨੀ ਹੁੰਦੇ ਜਾਓ, ਖੁਸ਼ੀ ਮਾਣਦੇ ਜਾਓ। ਜਿਹੜਾ ਸਮਾਂ ਲੰਘ ਗਿਆ ਉਹਨੇ ਵਾਪਸ ਨਹੀਂ ਆਉਣਾ। ਇਸ ਲਈ ਹਰ ਪਲ ਇਸ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜੀਵੋ। ਵੇਟ ਨਾ ਕਰੋ ਕਿ ਮੈਂ ਕਰਮ ਕਾਂਡ ਛੱਡਾਂਗਾ, ਬਾਅਦ ਵਿੱਚ ਸੱਚ ਨੂੰ ਅਪਣਾਵਾਂਗਾ, ਕੱਲ ਤੋਂ ਪਰਸੋਂ ਤੋਂ। ਹਰ ਪਲ ਸੁਚੇਤ ਹੋਵੋ,
ਹਰ ਪਲ ਸੱਚ ਦੇ ਨਾਲ ਜੁੜੋ, ਖੁਸ਼ੀਆਂ ਮਾਣੋ। ਜੇ ਇਹ ਸਮਾਂ ਖੁਸ਼ੀਆਂ ਮਾਣਨ ਤੋਂ ਬਿਨਾਂ ਲੰਘਾ ਦਿੱਤਾ ਤਾਂ ਫਿਰ ਇਸ ਸਮੇਂ ਨੇ ਵਾਪਸ ਨਹੀਂ ਆਉਣਾ। ਇਸ ਲਈ ਖੁਸ਼ੀ ਖੁਸ਼ੀ ਗੁਜ਼ਾਰੋ। ਇਸ ਲਈ ਸੱਚ ਦੇ ਨਾਲ ਜੁੜੋ, ਦਇਆ ਦੇ ਨਾਲ ਜੁੜੋ, ਪ੍ਰੇਮ ਦੇ ਨਾਲ ਜੁੜੋ, ਆਪਣੇ ਅੰਦਰ ਇਨਸਾਨੀਅਤ ਪੈਦਾ ਕਰੋ, ਆਪਣੇ ਅੰਦਰ ਸੱਚਾਈ ਪੈਦਾ ਕਰੋ, ਆਪਣੀ ਜ਼ਿੰਦਗੀ ਦਾ ਕੋਈ ਗੋਲ ਬਣਾਓ। ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ, ਧਾਰਮਿਕ, ਸਮਾਜਿਕ, ਆਰਥਿਕ ਆਪਣੇ ਗੋਲ ਵੱਲ ਵਧੋ। ਸਚਿਆਰਤਾ ਦੇ ਰਾਹ ਵੱਲ ਤੁਰੋ, ਵੇਟ ਨਾ ਕਰੋ, ਕਿਉਂਕਿ ਜੇ ਗਵਾਉਂਦੇ ਜਾਓਗੇ ਸਮਾਂ ਤਾਂ ਫਿਰ ਜ਼ਿੰਦਗੀ ਵਿੱਚ ਪਛਤਾਵਾ ਹੋਏਗਾ। ਕਬੀਰ ਐਸਾ ਜੰਤ ਇੱਕ ਦੇਖਿਆ, ਜੈਸੀ ਧੋਈ ਲਾਖ, ਦੀਸੈ ਚੰਚਲ ਬਹੁ ਗੁਨਾ, ਮਤਹੀਨਾ ਨਾ ਪਾਕ। ਹੁਣ ਕਬੀਰ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਲੋਕ ਸੱਚ ਦੇ ਨਾਲ ਨਹੀਂ ਜੁੜਦੇ ਪਰ ਵਿਖਾਵਾ ਬੜਾ ਕਰਦੇ ਨੇ। ਐਸਾ ਜੰਤ, ਜੰਤ ਦਾ ਮਤਲਬ ਮਨੁੱਖ, ਜਿਨੇ ਕਬੀਰ ਰਾਮ ਨਾ ਚੇਤਿਓ, ਜਰਾ ਪਹੁੰਚਿਓ ਆਏ, ਜਿਨੇ ਸ਼ੁਭ ਗੁਣਾਂ ਦਾ ਜਿਹੜਾ ਬੰਦਾ ਧਾਰਨੀ ਨਹੀਂ ਹੋਇਆ। ਜੈਸੀ ਧੋਈ ਲਾਖ, ਧੋਈ ਦਾ ਮਤਲਬ ਧੋਤੀ ਹੋਈ ਲਾਖ। ਲਾਖ ਨਾ ਇੱਕ ਕਿਸਮ ਦੀ ਗੂੰਦ ਜੀ ਹੁੰਦੀ ਹੈ ਜੋ ਰੁੱਖਾਂ ਦੇ ਵਿੱਚੋਂ ਨਿਕਲਦੀ ਹੈ, ਉਹਨੂੰ ਲਾਖ ਕਹਿ ਦਿੰਦੇ ਨੇ, ਜੋ ਅੰਦਰੋਂ ਬਾਹਰੋਂ ਬੜੀ ਚਮਕਦਾਰ ਹੁੰਦੀ ਹੈ ਪਰ ਵੈਸੇ ਉਹ ਭੁਰਭੁਰੀ ਜੀ ਹੁੰਦੀ ਹੈ, ਕੱਚੀ ਜੀ ਹੁੰਦੀ ਹੈ। ਉਹਦੇ ਅੰਦਰ ਬਾਹਰ ਦੀ ਚਮਕ ਹੁੰਦੀ ਹੈ ਪਰ ਅੰਦਰੋਂ ਭੁਰਭੁਰੀ ਹੁੰਦੀ ਹੈ, ਬਾਹਰੋਂ ਬੜੀ ਚਮਕਦੀ ਹੈ। ਤਾਂ ਕਬੀਰ ਜੀ ਕਹਿੰਦੇ ਨੇ ਮੈਂ ਇੱਕ ਐਸਾ ਮਨੁੱਖ ਵੇਖਿਆ ਹੈ। ਐਸਾ ਇੱਕ ਮਨੁੱਖ ਦੀ ਗੱਲ ਨਹੀਂ, ਇਹ ਉਹਨਾਂ ਮਨੁੱਖਾਂ ਦੀ ਗੱਲ ਹੈ ਜਿਹੜੇ ਵਿਖਾਵਾ ਕਰਦੇ ਨੇ, ਜਿਨ੍ਹਾਂ ਦੇ ਅੰਦਰ ਰੱਬੀ ਗੁਣ ਨਹੀਂ। ਸਤ ਸੰਤੋਖ ਦਇਆ ਧਰਮ ਅੰਦਰ ਨਹੀਂ ਹੈ, ਇਨਸਾਨੀਅਤ ਅੰਦਰ ਨਹੀਂ ਹੈ, ਲੇਕਿਨ ਉਹ ਬਾਹਰੋਂ ਕੱਪੜੇ ਬੜੇ ਵਧੀਆ ਪਾਏ ਨੇ, ਧਾਰਮਿਕ, ਬੋਲੀ ਬੜੀ ਸੋਹਣੀ ਬੋਲਦੇ ਨੇ, ਧਾਰਮਿਕ, ਧਰਮ ਦੀਆਂ ਗੱਲਾਂ ਕਰਦੇ ਨੇ, ਧਾਰਮਿਕ ਕੱਪੜੇ ਪਾਏ ਹੋਏ ਨੇ, ਬਾਹਰੋਂ ਵਿਖਾਵਾ ਬੜਾ ਹੈ ਪਰ ਅੰਦਰ ਕੱਖ ਨਹੀਂ। ਮੈਂ ਇਹੋ ਜਿਹੇ ਮਨੁੱਖ ਵੇਖਿਆ ਹੈ ਜਿਸ ਨੇ ਕਦੇ ਰੱਬੀ ਗੁਣ ਨਹੀਂ ਗਾਏ ਪਰ ਬਾਹਰੋਂ ਵੇਖਣ ਨੂੰ ਧੋਤੀ ਹੋਈ ਚਮਕ ਦੀ ਲਾਖ ਵਰਗਾ ਲੱਗਦਾ ਹੈ। ਦੀਸੈ ਚੰਚਲ ਬਹੁ ਗੁਨਾ। ਚੰਚਲ ਦਾ ਮਤਲਬ ਚਲਾਕ, ਚੁਸਤ। ਬਹੁ ਗੁਣਾ ਦਾ ਮਤਲਬ ਬਹੁਤ ਵਧੀਕ। ਕਿ ਪ੍ਰਭੂ ਦੀ ਯਾਦ ਤੋਂ ਖੁੰਝਿਆ ਹੋਇਆ ਮਨੁੱਖ, ਜਿਹਦੀ ਮਾਨਸਿਕਤਾ ਦੇ ਵਿੱਚ ਸ਼ੁਭ ਗੁਣ ਔਰ ਇਨਸਾਨੀਅਤ ਨਹੀਂ, ਉਹ ਵੇਖਣ ਨੂੰ ਬੜਾ ਚਲਾਕ ਦਿਸਦਾ ਹੈ, ਬੜੀਆਂ ਉਹਨੂੰ ਗੱਲਾਂ ਆਉਂਦੀਆਂ ਨੇ, ਪਰ ਅਸਲ ਦੇ ਅੰਦਰ ਮਤਹੀਨਾ, ਉਹ ਅਕਲ ਤੋਂ ਸੱਖਣਾ ਹੁੰਦਾ ਹੈ। ਨਾਪਾਕ ਦਾ ਮਤਲਬ ਅਪਵਿੱਤਰ ਹੁੰਦਾ ਹੈ, ਮਾੜੇ ਜੀਵਨ ਵਾਲਾ, ਘਟੀਆ ਸੋਚ ਵਾਲਾ ਹੁੰਦਾ ਹੈ। ਉਹਦੀ ਵਿਹਾਰ ਬੜਾ ਗੰਦਾ ਹੁੰਦਾ ਹੈ, ਵਿਹਾਰ ਬੜਾ ਮਾੜਾ ਹੁੰਦਾ ਹੈ, ਵੇਖਣ ਨੂੰ ਬਾਹਰੋਂ ਠੀਕ। ਹਕੀਕਤ ਹੈ ਐਸੇ ਲੋਕ ਤੁਸੀਂ ਖਾਸ ਕਰਕੇ ਜੋ ਧਰਮ ਦੀ ਦੁਨੀਆ ਵਿੱਚ ਵਿਚਰਨ ਵਾਲੀਆਂ ਬੜੀਆਂ ਵੱਡੀਆਂ ਵੱਡੀਆਂ ਹਸਤੀਆਂ, ਹਜ਼ਾਰਾਂ ਲੋਕ, ਲੱਖਾਂ ਲੋਕ ਜਿਨ੍ਹਾਂ ਦੇ ਪੈਰਾਂ ਵਿੱਚ ਝੁਕਦੇ ਸਨ ਔਰ ਬੜੇ ਉਹਨਾਂ ਨੇ ਵਧੀਆ ਕੱਪੜੇ ਪਾਏ ਤੇ ਵਧੀਆ ਉਹਨਾਂ ਦੀਆਂ ਬੋਲੀਆਂ ਤੇ ਮੈਸੇਂਜਰ ਆਫ ਗੋਡ ਜਿਹੜੇ ਬਣੇ ਸਨ, ਅੱਜ ਉਹ ਜੇਲ੍ਹਾਂ ਵਿੱਚ ਬੈਠੇ ਨੇ। ਮਾੜੀ ਮੱਤ, ਅਪਵਿੱਤਰ ਜੀਵਨ। ਰੋਜ਼ ਅਖਬਾਰਾਂ ਦੇ ਵਿੱਚ ਐਸੀਆਂ ਖਬਰਾਂ ਆਉਂਦੀਆਂ ਨੇ ਕਿ ਫਲਾਂ ਬਾਬਾ ਉਥੋਂ ਕਿਸੇ ਨੌਜਵਾਨ ਬੱਚੀ ਨੂੰ ਲੈ ਕੇ ਚਲਾ ਗਿਆ, ਜਾਂ ਉਸਨੇ ਹੇਰਾ ਫੇਰੀ ਕਰ ਲਈ, ਜਾਂ ਉਹਦੇ ਕੋਲੋਂ ਇੰਨਾ ਲੁੱਟ ਦਾ ਧਨ ਨਿਕਲਿਆ, ਜਾਂ ਕੁਝ ਵੀ। ਇੱਕ ਨਹੀਂ ਅਨੇਕਾਂ, ਜਿਹਦੇ ਵਿੱਚ ਅਸੀਂ ਵੀ ਸ਼ਾਮਲ ਹੋ ਸਕਦੇ ਹਾਂ। ਸਾਡੀ ਵੀ ਐਸੀ ਜ਼ਿੰਦਗੀ ਹੋ ਸਕਦੀ ਹੈ। ਇਹ ਹਰ ਬੰਦੇ ਨੇ ਆਪਣੇ ਆਪ ਨੂੰ ਆਪ ਵੇਖਣਾ ਹੈ ਕਿ ਬਾਹਰੋਂ ਬੰਦਾ ਬੜਾ ਸਜਿਆ ਤਜਿਆ ਹੈ, ਬਾਹਰੋਂ ਬੜੇ ਚੰਗੇ ਕੱਪੜੇ ਪਾਏ ਨੇ, ਧਾਰਮਿਕ ਪਹਿਨਾਵਾ ਪਹਿਨਿਆ ਹੋਇਆ ਹੈ, ਪਰ ਭੈੜੀ ਮੱਤ ਹੈ, ਖੋਟੀ ਮੱਤ, ਲੜਾਈ, ਦੰਗੇ ਫਸਾਦ, 2 ਨੰਬਰ ਦੇ ਧੰਦੇ, ਇਰਾਦੇ ਨਾਪਾਕ, ਇਰਾਦੇ ਅਪਵਿੱਤਰ। ਔਰ ਆਪ ਵੇਖੋ ਇਸ ਦੁਨੀਆ ਦੇ ਵਿੱਚ ਜੋ ਨਾਸਤਕ ਲੋਕ ਨੇ, ਜੋ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ, ਜਿਨ੍ਹਾਂ ਨੂੰ ਆਮ ਕਰਕੇ ਕਾਮਰੇਡ ਕਹਿ ਦਿੱਤਾ ਜਾਂਦਾ ਹੈ, ਯਾਨੀ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ, ਨਾਸਤਕ ਵੀਰ ਨੇ, ਨਹੀਂ ਮੰਨਦੇ, ਉਹ ਮੰਨਦੇ ਹੀ ਨਹੀਂ। ਉਹਨਾਂ ਨੂੰ ਇੱਕ ਪਾਸੇ ਰਹਿਣ ਦਿਓ ਕਿ ਉਹ ਰੱਬ ਦੀ ਹੋਂਦ ਨੂੰ ਮੰਨਦੇ ਹੀ ਨਹੀਂ, ਧਰਮ ਨੂੰ ਮੰਨਦੇ ਹੀ ਨਹੀਂ। ਉਹਨਾਂ ਦੀ ਗਿਣਤੀ 20-25% ਹੋਏਗੀ ਪੂਰੀ ਦੁਨੀਆ 'ਚ, ਜਾਂ ਘੱਟ ਵੱਧ ਹੋ ਸਕਦੀ ਹੈ। ਇੱਕ ਅੰਦਾਜ਼ਾ ਹੈ, ਸਪੋਜ਼
ਜੇ ਅਸੀਂ ਮੰਨ ਲਈਏ ਕਿ 75% ਲੋਕ ਧਰਮੀ ਨੇ, ਰੱਬ ਦੇ ਵਿੱਚ ਵਿਸ਼ਵਾਸ ਰੱਖਦੇ ਨੇ, ਤਾਂ ਜਿਹੜੇ 75% ਲੋਕ ਨੇ ਉਹਨਾਂ ਦੇ ਵਿੱਚ ਤੇ ਇਨਸਾਨੀਅਤ ਹੋਣੀ ਚਾਹੀਦੀ ਹੈ ਨਾ। ਰੱਬ ਦੇ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਵਿੱਚ, ਜੋ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਨੇ, ਉਹਨਾਂ ਵਿੱਚ ਤਾਂ ਇਨਸਾਨੀਅਤ ਹੋਣੀ ਚਾਹੀਦੀ। ਉਹਨਾਂ ਵਿੱਚ ਤਾਂ ਲੜਾਈ ਦੰਗੇ ਨਹੀਂ ਚਾਹੀਦੇ, ਦਾਜ ਦਹੇਜ ਨਹੀਂ ਚਾਹੀਦੇ, ਭਰੂਣ ਹੱਤਿਆ ਨਹੀਂ ਚਾਹੀਦੀ। ਉਹ ਤਾਂ 2 ਨੰਬਰ ਦੇ ਧੰਦੇ ਨਾ ਕਰਨ, ਪਰ ਐਸਾ ਹੈ ਨਹੀਂ। ਤੁਸੀਂ ਦੇਖਦੇ ਹੋ 4 ਚੁਫੇਰੇ ਧਰਮ ਅਸਥਾਨਾਂ ਵਿੱਚ ਦੇਖ ਲਓ। ਤਾਂ ਇੱਥੇ ਕਬੀਰ ਜੀ ਕਹਿੰਦੇ ਨੇ ਕਿ ਜਿਹੜੀ ਬਾਹਰ ਦਾ ਵਿਖਾਵਾ ਹੈ, ਉਹਦੇ ਨਾਲ ਕਦੇ ਵੀ ਸ਼ਾਂਤੀ ਨਹੀਂ ਮਿਲਦੀ, ਜੀਵਨ ਦਾ ਵਿਕਾਸ ਨਹੀਂ ਹੁੰਦਾ। ਇਸ ਲਈ ਬਾਹਰੀ ਵਿਖਾਵੇ ਨੂੰ ਛੱਡ ਕੇ ਆਪਣੇ ਅੰਦਰ ਨੂੰ, ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ। ਨਹੀਂ ਤਾਂ ਰਾਵਣ ਵੀ ਆਉਂਦਾ ਹੈ ਨਾ, ਤੇ ਪਹਿਨਾਵਾ ਤੇ ਉਹਨੇ ਵੀ ਸਾਧੂਆਂ ਵਾਲਾ ਪਾਇਆ ਹੈ, ਪਰ ਉਹ ਸਾਧੂਆਂ ਵਾਲਾ ਪਹਿਨਾਵਾ ਸੀਤਾ ਨੂੰ ਚੁੱਕਣ ਵਾਸਤੇ ਪਾਇਆ ਹੈ। ਇੱਕ ਸ਼ਿਕਾਰੀ ਬੰਦਾ, ਉਹ ਵੀ ਝੁਕ ਝੁਕ ਕੇ ਜਾ ਰਿਹਾ ਹੈ, ਉਹ ਵੀ ਝੁਕ ਝੁਕ ਕੇ ਜਾ ਰਿਹਾ ਹੈ। ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾਹੇ। ਜਿਹੜਾ ਸ਼ਿਕਾਰੀ ਹੈ ਉਹ ਝੁਕ ਝੁਕ ਕੇ ਗੋਡਿਆਂ ਪਰਨੇ ਹੋ ਕੇ ਜਾ ਰਿਹਾ ਹੈ, ਪਰ ਉਹਦਾ ਉਹ ਝੁਕਣਾ ਕੋਈ ਭਗਤੀ ਥੋੜਾ ਹੈ। ਉਹ ਤਾਂ ਹਿਰਨ ਨੂੰ ਜਾਂ ਸ਼ਿਕਾਰ ਨੂੰ ਧੋਖਾ ਦੇਣ ਲਈ ਹੈ, ਉਹਦੇ ਨਜ਼ਦੀਕ ਜਾ ਰਿਹਾ ਹੈ। ਜਦੋਂ ਵੀ ਉਹਦੀ ਮਾਰ ਵਿੱਚ ਆਉਂਦਾ ਹੈ ਤੇ ਉਹਨੇ ਹਿਰਨ ਨੂੰ ਜਾਂ ਆਪਣੇ ਸ਼ਿਕਾਰ ਨੂੰ ਤੀਰ ਜਾਂ ਗੋਲੀ ਦੇ ਨਾਲ ਫੁੰਡ ਦੇਣਾ। ਇੱਕ ਬਗਲਾ ਪਾਣੀ ਵਿੱਚ ਖਲੋਤਾ ਹੈ, ਰੰਗ ਵੀ ਚਿੱਟਾ ਹੈ, ਅੱਖਾਂ ਵੀ ਅੱਧੀਆਂ ਬੰਦ ਕੀਤੀਆਂ ਨੇ, ਹਿਲਜੁਲ ਵੀ ਨਹੀਂ ਰਿਹਾ, ਇੱਕ ਪੈਰ ਵੀ ਚੁੱਕਿਆ ਹੋਇਆ ਹੈ। ਜਾਪਦਾ ਨਾ ਭਗਤ, ਪਰ ਉਹ ਭਗਤੀ ਵਾਸਤੇ ਥੋੜਾ ਖੜੋਤਾ ਹੈ। ਉਹ ਤੇ ਡੱਡੀਆਂ ਮੱਛੀਆਂ ਨੂੰ ਧੋਖਾ ਦੇ ਰਿਹਾ ਹੈ। ਜਦੋਂ ਡੱਡੀ ਮੱਛੀ ਪਕੜ ਵਿੱਚ ਆਏਗੀ, ਨਾਲ ਹੀ ਉਹਨੇ ਝਪੱਟਾ ਮਾਰ ਦੇਣਾ। ਇਸੇ ਤਰ੍ਹਾਂ ਕੋਈ ਧਾਰਮਿਕ ਮਨੁੱਖ, ਜਿਹਦੇ ਵਿੱਚ ਮੈਂ ਵੀ ਸ਼ਾਮਲ ਹਾਂ, ਬੜੇ ਸੁੰਦਰ ਧਾਰਮਿਕ ਵਸਤਰ ਪਾਏ ਨੇ, ਲੇਕਿਨ ਜਦੋਂ ਵੀ ਕੋਈ ਆਮ ਭੋਲਾ ਭਾਲਾ ਮਨੁੱਖ ਆਉਂਦਾ ਹੈ ਤੇ ਉਹਨੂੰ ਕੋਈ ਨਾ ਕੋਈ ਕਰਮ ਕਾਂਡ ਜਾਂ ਪੁੱਠੀ ਸਿੱਧੀ ਗੱਲ ਕਹਿ ਕੇ ਲੁੱਟ ਲੈਂਦਾ, ਮਾਨਸਿਕ ਸ਼ੋਸ਼ਣ ਕਰ ਲੈਂਦਾ। ਇਸ ਤਰ੍ਹਾਂ ਕਬੀਰ ਜੀ ਕਹਿ ਰਹੇ ਨੇ, ਮੈਂ ਐਸੇ ਬੰਦਿਆਂ ਨੂੰ ਜਾਣਦਾ ਹਾਂ ਜਿਹੜੇ ਬਾਹਰੋਂ ਧੋਈ ਹੋਈ ਲਾਖ ਵਾਂਗੂ ਬੜੇ ਚਮਕਦਾਰ ਨੇ, ਬਾਣੇ ਬੜੇ ਚੰਗੇ ਨੇ, ਕੱਪੜੇ ਬੜੇ ਚੰਗੇ ਨੇ, ਲੇਕਿਨ ਅਸਲ ਦੇ ਅੰਦਰ ਉਹ ਭੈੜੀ ਮੱਤ ਵਾਲੇ ਨੇ ਔਰ ਅੰਦਰੋਂ ਅਪਵਿੱਤਰ ਨੇ। ਐਸੇ ਲੋਕਾਂ ਦਾ ਮਾਨਸਿਕ ਵਿਕਾਸ ਕਦੇ ਨਹੀਂ ਹੋ ਸਕਦਾ, ਐਸੀ ਜ਼ਿੰਦਗੀ ਦੇ ਨਾਲ ਸ਼ਾਂਤੀ ਕਦੇ ਨਹੀਂ ਮਿਲਦੀ। ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ, ਜਿਨ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਿਦਗਾਰ। ਹੁਣ ਆਮ ਹੁੰਦਾ ਨਾ ਬੰਦੇ ਦੀ ਅਕਲ, ਯਾਰ ਉਸ ਬੰਦੇ ਦੀ ਅਕਲ ਤੇ ਉਹਦੀ ਅੱਖ। ਆਮ ਅਸੀਂ ਕਹਿੰਦੇ ਆ ਨਾ ਕਿ ਲਾਹਨਤ ਹੈ ਇਸ ਬੰਦੇ ਦੀ ਅਕਲ ਤੇ, ਫਿੱਟੇ ਮੂੰਹ ਇਹੋ ਜਿਹੀ ਬੰਦੇ ਦੀ ਅਕਲ ਦਾ। ਐਵੇਂ ਆਮ ਲੋਕੀ ਕਹਿ ਦਿੰਦੇ ਨਾ, ਜੇ ਕੋਈ ਮਾੜਾ ਕਰਮ ਕਰੇ ਲੋਕ ਫਿਟਕਾਰਾਂ ਪਾਉਂਦੇ ਨੇ। ਹੁਣ ਜਮ ਦਾ ਮਤਲਬ ਆਤਮਿਕ ਮੌਤ, ਵਿਕਾਰ ਜਿਹੜੇ ਨੇ। ਕਬੀਰ ਜੀ ਕਹਿੰਦੇ ਨੇ, ਪ੍ਰਭੂ ਦੀ ਯਾਦ ਤੋਂ ਜਿਹੜਾ ਭੁੱਲਾ ਹੋਇਆ ਬੰਦਾ ਹੈ ਨਾ, ਉਹ ਬੜਾ ਚੁਸਤ ਚਲਾਕ ਹੁੰਦਾ ਹੈ। ਬੜਾ ਚੁਸਤ ਚਲਾਕ ਹੈ, ਬਾਹਰੋਂ ਉਹ ਚਲਾਕੀਆਂ ਕਰਦਾ ਹੈ, ਵਿਖਾਵਾ ਕਰਦਾ ਹੈ। ਉਹਨੇ ਆਪਣੀ ਟੌਰ ਵੀ ਬਣਾਈ ਹੁੰਦੀ ਹੈ, ਲੋਕਾਂ ਦੇ ਵਿੱਚ ਵੀ ਧਾਰਮਿਕ ਹੋਣ ਦਾ ਉਹਨੇ ਢੌਂਡ ਪਿਟਵਾਇਆ ਹੁੰਦਾ ਹੈ, ਪਰ ਫਿਰ ਵੀ ਉਹ ਫਿਟਕਾਰਯੋਗ ਹੁੰਦਾ ਹੈ। ਜਦੋਂ ਉਹਦੇ ਕਰਮ ਉਗੜਦੇ ਨੇ ਨਾ, ਫਿਟਕਾਰਯੋਗ ਹੁੰਦਾ ਹੈ, ਉਹਦਾ ਜੀਵਨ ਨੀਵਾਂ ਰਹਿ ਜਾਂਦਾ ਹੈ। ਪਰ ਕਬੀਰ ਜੀ ਕਹਿੰਦੇ ਨੇ, ਮੇਰੀ ਬੁੱਧ ਐਸੀ ਨਹੀਂ ਹੈ। ਦੁਨੀਆ ਛੱਡ, ਜਿਹਨੂੰ ਲੋਕ ਜਮਰਾਜ ਕਹਿੰਦੇ ਨੇ, ਉਹ ਵੀ ਮੇਰੀ ਅਕਲ ਦਾ ਤਿਸਕਾਰ ਨਹੀਂ ਕਰ ਸਕਦਾ। ਮੈਨੂੰ ਉਹਦਾ ਵੀ ਕੋਈ ਡਰ ਨਹੀਂ ਹੈ। ਮੈਂ ਐਸੀ ਅਕਲ ਦਾ ਧਾਰਨੀ ਆ, ਕਿਉਂਕਿ ਗੁਰੂ ਤੋਂ ਬੁੱਧ ਲਈ ਹੈ ਨਾ, ਵਿਵੇਕ ਬੁੱਧ ਮਿਲੀ ਹੈ। ਇਸ ਲਈ ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਚੇ ਦਾਨ ਦੀ ਗੱਲ ਹੈ। ਅਕਲ ਦਾ ਸਹੀ ਯੂਜ਼ ਕਰਨਾ ਹੈ, ਗਿਆਨ ਨੂੰ ਸਹੀ ਵਰਤੋਂ ਵਿੱਚ ਲਿਆਉਣਾ ਹੈ। ਇੱਥੇ ਜਮ ਨਾ ਕਰੇ ਤਿਸਕਾਰ ਦਾ ਮਤਲਬ ਕਿ ਮੈਂ ਗਿਆਨ ਦੀ ਸਹੀ ਵਰਤੋਂ ਕਰ ਰਿਹਾ, ਇਸ ਕਰਕੇ ਮੈਨੂੰ ਆਤਮਿਕ ਮੌਤ ਔਰ ਵਿਕਾਰਾਂ ਦਾ ਕੋਈ ਡਰ ਨਹੀਂ ਹੈ ਕਿ ਉਹ ਮੇਰੀ ਅਕਲ ਦੇ ਉੱਤੇ ਪ੍ਰਭਾਵ ਪਾ ਲੈਣਗੇ। ਲੇਕਿਨ ਜੇਕਰ ਗਿਆਨ ਦੀ ਅਸੀਂ ਗਲਤ ਵਰਤੋਂ ਕਰਦੇ ਹਾਂ ਤਾਂ ਉਹ ਅਕਲ ਹੀ ਸਾਨੂੰ ਲੈ ਕੇ ਬਹਿ ਜਾਂਦੀ ਹੈ। ਜਿਵੇਂ ਆਪਾਂ ਪਹਿਲਾਂ ਵੀ ਕਈ ਵਾਰ ਇਹ ਮਿਸਾਲ ਵਿਚਾਰੀ ਹੈ ਕਿ ਇੱਕ ਬੰਦਾ ਹੈ ਡਾਕਟਰ, ਉਸਨੇ ਆਪਣੀ ਅਕਲ ਵਰਤ ਕੇ ਅੰਗੂਰਾਂ ਦੀ ਦਵਾਈ ਬਣਾ ਦਿੱਤੀ। ਅਕਲ ਦੀ ਵਰਤੋਂ ਕੀਤੀ ਨਾ, ਗਿਆਨ ਦੀ ਵਰਤੋਂ ਕੀਤੀ। ਲੇਕਿਨ ਦੂਜਾ ਇੱਕ ਬੰਦਾ ਹੈ, ਉਹਨੇ ਆਪਣੀ ਅਕਲ ਦੀ ਵਰਤੋਂ ਕਰਕੇ ਅੰਗੂਰਾਂ ਦੀ ਸ਼ਰਾਬ ਬਣਾ ਦਿੱਤੀ। ਸ਼ਰਾਬ ਵੀ ਅੰਗੂਰਾਂ ਤੋਂ ਬਣੀ ਹੈ,
ਪਰ ਉਹ ਕਿਡਨੀ ਖਰਾਬ ਕਰ ਰਹੀ ਹੈ, ਲੀਵਰ ਖਰਾਬ ਕਰ ਰਹੀ ਹੈ, ਸਿਹਤ ਖਰਾਬ ਕਰ ਰਹੀ ਹੈ। ਦੂਜੇ ਪਾਸੇ ਦਵਾਈ ਵੀ ਅੰਗੂਰਾਂ ਤੋਂ ਹੀ ਬਣਾਈ ਗਈ ਹੈ ਅਕਲ ਵਰਤ ਕੇ, ਪਰ ਉਹ ਦਵਾਈ ਜਿਹੜੀ ਸਾਨੂੰ ਆਰਾਮ ਦੇ ਰਹੀ ਹੈ, ਬਿਮਾਰੀ ਤੋਂ ਬਚਾ ਰਹੀ ਹੈ। ਇੱਕ ਬੰਦਾ ਹੈ, ਅਕਲ ਦੀ ਵਰਤੋਂ ਕਰਕੇ ਕਿਸੇ ਨੂੰ ਮੌਤ ਦੇ ਮੂੰਹ ਤੋਂ ਬਚਾ ਲੈਂਦਾ ਹੈ, ਤੇ ਦੂਜਾ ਬੰਦਾ ਆਪਣੀ ਅਕਲ ਦੀ ਦੁਰਵਰਤੋਂ ਕਰਕੇ ਕਿਸੇ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ। ਇੱਕ ਬੰਦਾ ਅਕਲ ਦੀ ਵਰਤੋਂ ਇਸ ਕਰਕੇ ਕਰ ਰਿਹਾ ਹੈ ਕਿ ਦੁਨੀਆ 'ਚੋਂ ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ ਖਤਮ ਹੋਣ, ਤੇ ਦੂਜਾ ਬੰਦਾ ਅਕਲ ਦੀ ਵਰਤੋਂ ਕਰ ਰਿਹਾ ਹੈ ਕਿ ਚੋਰ ਬਜ਼ਾਰੀ, ਰਿਸ਼ਵਤਖੋਰੀ ਕਿਵੇਂ ਲਾਗੂ ਕੀਤੀ ਜਾਏ। ਅਕਲ ਹੀ ਹੈ ਨਾ। ਇਸ ਲਈ ਕਬੀਰ ਜੀ ਕਹਿੰਦੇ ਨੇ, ਮੈਨੂੰ ਪ੍ਰਭੂ ਦੀ ਦਇਆ ਦੇ ਨਾਲ ਮੈਨੂੰ ਅਕਲ ਮਿਲੀ ਹੈ, ਜਿਸ ਅਕਲ ਦੇ ਉੱਤੇ ਵਿਕਾਰਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਮੇਰੀ ਬੁੱਧ ਨੂੰ, ਮੇਰੀ ਅਕਲ ਨੂੰ ਵਿਕਾਰ ਵੀ ਨਹੀਂ ਡਰਾ ਸਕਦੇ। ਉਹ ਵਿਕਾਰਾਂ ਦਾ ਵੀ ਮੈਨੂੰ ਤਿਰਸਕਾਰ ਉਹ ਮੇਰੀ ਅਕਲ ਦਾ ਨਹੀਂ ਕਰ ਸਕਦੇ, ਮੇਰੇ ਉੱਤੇ ਪ੍ਰਭਾਵ ਨਹੀਂ ਪਾ ਸਕਦੇ। ਕਿਉਂਕਿ ਜਿਨ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਿਦਗਾਰ, ਜਿਸ ਦੇ ਹੁਕਮ ਵਿੱਚ ਇਹ ਵਿਕਾਰਾਂ ਵਾਲੀ ਜ਼ਿੰਦਗੀ ਪੈਦਾ ਹੁੰਦੀ ਹੈ, ਮੈਂ ਉਸ ਪਰਵਿਦਗਾਰ ਪਾਲਣਾ ਕਰਨ ਵਾਲੇ ਪ੍ਰਭੂ ਨੂੰ ਸਿਮਰਿਆ ਹੈ। ਹੁਣ ਇਹ ਅਕਲ ਮਹਾਨ ਕਿਉਂ ਹੋ ਗਈ? ਕਿਉਂਕਿ ਮੈਂ ਅਕਲ ਦੀ ਵਰਤੋਂ ਪ੍ਰਭੂ ਦੇ ਗੁਣਾਂ ਦੇ ਧਾਰਨੀ ਹੋਣ ਵਾਸਤੇ ਕੀਤੀ ਹੈ। ਜਿਨੇ ਇਹ ਜੰਮ, ਮੌਤ ਆਦਿਕ ਸਿਰਜੀ ਹੈ, ਜਿਹਦੇ ਹੁਕਮ ਦੇ ਵਿੱਚ ਮੌਤ ਹੈ। ਜੀਵਨ ਔਰ ਮੌਤ ਪ੍ਰਭੂ ਦੇ ਹੁਕਮ ਵਿੱਚ ਹੈ ਨਾ। ਆਤਮਕ ਮੌਤ ਵੀ ਰੱਬੀ ਰਜ਼ਾ ਵਿੱਚ ਹੈ, ਔਰ ਆਤਮਕ ਜੀਵਨ ਵੀ ਰੱਬੀ ਰਜ਼ਾ ਵਿੱਚ ਹੈ, ਹੁਕਮ ਦੇ ਅੰਦਰ, ਸਿਸਟਮ ਦੇ ਅੰਦਰ। ਜੇ ਅਸੀਂ ਸਿਸਟਮ ਦਾ ਗਲਤ ਇਸਤੇਮਾਲ ਕਰਾਂਗੇ, ਸਿਸਟਮ ਨੂੰ ਤੋੜਾਂਗੇ, ਤੇ ਆਤਮਕ ਮੌਤ ਹੋਏਗੀ। ਉਹ ਵੀ ਇੱਕ ਰਾਹ ਹੈ, ਨਿਯਮ ਨੇ ਉਹ ਵੀ ਮਰਨ ਦੇ ਵੀ ਕੁਝ, ਔਰ ਆਤਮਕ ਜੀਵਨ ਨੂੰ ਬਚਾਉਣ ਦੇ ਵੀ ਕੁਝ ਨਿਯਮ ਨੇ। ਸਾਰਾ ਕੁਝ ਹੈ ਸਿਸਟਮ ਦੇ ਵਿੱਚ ਹੀ। ਤਾਂ ਜਿਨਨੇ ਇਹ ਸਾਰਾ ਸਿਸਟਮ ਬਣਾਇਆ ਹੈ, ਮੈਂ ਉਸ ਪ੍ਰਭੂ ਨੂੰ ਸਿਮਰਿਆ ਹੈ, ਉਹਦੇ ਗੁਣਾਂ ਦਾ ਮੈਂ ਧਾਰਨੀ ਹਾਂ, ਮੈਂ ਉਹਦੀ ਰਜ਼ਾ ਦੇ ਵਿੱਚ ਤੁਰਨ ਵਾਲਾ ਹਾਂ। ਇਸ ਲਈ ਮੇਰੀ ਅਕਲ ਦੇ ਉੱਤੇ ਇਹਨਾਂ ਵਿਕਾਰਾਂ ਦਾ, ਪਾਪਾਂ, ਅਪਰਾਧਾਂ ਦਾ, ਆਤਮਕ ਮੌਤ ਦਾ ਕੋਈ ਪ੍ਰਭਾਵ ਨਹੀਂ ਹੈ। ਤਾਂ ਇਹਦਾ ਮਤਲਬ ਇਹ ਹੋਇਆ ਕਿ ਜੇ ਅਸੀਂ ਚਾਹੀਏ, ਬੰਦਾ ਚਾਹੇ, ਤਾਂ ਉਹ ਆਪਣੀ ਅਕਲ ਦੀ ਸਹੀ ਵਰਤੋਂ ਕਰਕੇ ਰੱਬੀ ਰਜ਼ਾ ਦੇ ਵਿੱਚ ਤੁਰ ਕੇ ਇਹਨਾਂ ਵਿਕਾਰਾਂ ਤੋਂ, ਪਾਪਾਂ ਤੋਂ, ਅਪਰਾਧਾਂ ਤੋਂ ਬਚ ਸਕਦਾ ਹੈ, ਔਰ ਆਪਣੇ ਅੰਦਰ ਇੰਨੀ ਦ੍ਰਿੜਤਾ ਪੈਦਾ ਕਰ ਸਕਦਾ ਹੈ ਕਿ ਇਹਦੇ ਉੱਤੇ ਵਿਕਾਰ ਆਦਿਕ ਪ੍ਰਭਾਵ ਨਾ ਪਾਣ, ਇਹ ਆਤਮਕ ਮੌਤੇ ਨਾ ਮਰੇ। ਤੇ ਇਹ ਜਿਹੜੀ ਦਾਤ ਹੈ ਸਾਨੂੰ ਪਾਵਨ ਬਾਣੀ ਪੜ੍ਹ ਕੇ ਉਹਦੇ ਤੇ ਅਮਲ ਕੀਤਿਆਂ ਮਿਲੇਗੀ। ਇਸ ਲਈ ਸਾਨੂੰ ਚਾਹੀਦਾ ਹੈ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪ ਪੜ੍ਹ ਕੇ ਗੁਰਬਾਣੀ ਤੇ ਅਮਲ ਕਰਨ ਦਾ ਯਤਨ ਕਰੀਏ। ਕਬੀਰ ਕਸਤੂਰੀ ਭਇਆ, ਭਵਰ ਭਏ ਸਭ ਦਾਸ, ਜਿਉਂ ਜਿਉਂ ਭਗਤ ਕਬੀਰ ਕੀ, ਤਿਉਂ ਤਿਉਂ ਰਾਮ ਨਿਵਾਸ। ਇੱਥੇ ਕਬੀਰ ਦਾ ਮਤਲਬ ਹੈਗਾ ਵੱਡਾ। ਕਬੀਰ ਜੋ ਸ਼ਬਦ ਹੈ, ਇੱਕ ਤਾਂ ਭਗਤ ਕਬੀਰ ਜੀ ਵਾਸਤੇ ਵਰਤਿਆ ਹੈ, ਤੇ ਦੂਜਾ ਜੋ ਕਬੀਰ ਦਾ ਸ਼ਬਦ, ਕਬੀਰ ਸ਼ਬਦ ਹੈ, ਇਹ ਵੱਡੇ ਵਾਸਤੇ ਵੀ ਵਰਤਿਆ ਗਿਆ ਹੈ। ਵੱਡਾ ਔਰ ਜੋ ਮਹਾਨ ਹੈ ਉਹਦੇ ਵਾਸਤੇ ਵੀ ਕਬੀਰ ਸ਼ਬਦ ਵਰਤਿਆ ਗਿਆ ਹੈ। ਤਾਂ ਇੱਥੇ ਜੋ ਕਬੀਰ ਸ਼ਬਦ ਹੈ ਨਾ, ਉਹਦਾ ਮਤਲਬ ਬਜ਼ੁਰਗ, ਜਿਵੇਂ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਤਗਾਰ, ਉੱਥੇ ਕਬੀਰ ਦਾ ਮਤਲਬ ਹੈ ਵੱਡਾ। ਔਰ ਜਿਹੜਾ ਕਬੀਰ ਸ਼ਬਦ ਹੈ ਰੱਬ ਵਾਸਤੇ ਵੀ ਵਰਤਿਆ ਹੈ, ਸਭ ਤੋਂ ਵੱਡਾ ਭਾਵ ਪਰਮੇਸ਼ਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਤਗਾਰ। ਤਾਂ ਕਬੀਰ ਜੀ ਸਾਨੂੰ ਇੱਥੇ ਸਮਝਾ ਰਹੇ ਨੇ, ਕਬੀਰ ਕਸਤੂਰੀ ਭਇਆ, ਇੱਥੇ ਕਬੀਰ ਦਾ ਮਤਲਬ ਰੱਬ। ਜਿਹੜੇ ਪ੍ਰਭੂ ਦੇ ਦਾਸ ਨੇ ਨਾ, ਉਹਨਾਂ ਵਾਸਤੇ ਰੱਬ ਮਾਨੋ ਕਸਤੂਰੀ ਹੈ, ਜਿਵੇਂ ਕਸਤੂਰੀ ਹੈ। ਭਵਰ ਭੈ ਸਭ ਦਾਸ, ਭਵਰ ਦਾ ਮਤਲਬ ਭੌਰੇ, ਆ ਜਿਹੜੇ ਫੁੱਲਾਂ ਦੇ ਉੱਤੇ ਰਸ ਚੂਸਦੇ ਨੇ। ਜਿਹੜੇ ਰੱਬ ਦੇ ਦਾਸ ਨੇ ਉਹ ਮਾਨੋ ਉਸ ਕਸਤੂਰੀ ਦੇ, ਉਸ ਰੱਬ ਦੇ ਭੰਵਰੇ ਨੇ। ਉਹ ਭੰਵਰੇ ਨੇ, ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਹੈ, ਚਿੱਕੜ ਵਿੱਚ ਹੈ। ਮੈਂਡਕ ਉਸ ਕਮਲ ਦੇ ਫੁੱਲ ਦੇ ਨਜ਼ਦੀਕ ਹੁੰਦਾ ਹੋਇਆ ਵੀ ਕਮਲ ਦੇ ਫੁੱਲ ਦਾ ਆਨੰਦ ਨਹੀਂ ਮਾਣਦਾ, ਰਸ ਨਹੀਂ ਮਾਣਦਾ, ਕਿਉਂਕਿ ਉਹਦੀ ਆਦਤ ਹੈ, ਉਹਦੀ ਬਿਰਤੀ ਹੈ ਕੁਦਰਤੀ ਕਿ ਉਹ ਗੰਦਗੀ ਖਾਂਦਾ ਹੈ।
ਲੇਕਿਨ ਜੋ ਭੌਰੇ ਨੇ, ਭੰਵਰੇ ਕਦੇ ਗੰਦਗੀ ਤੇ ਨਹੀਂ ਬਹਿੰਦੇ। ਭੌਰੇ ਹਮੇਸ਼ਾ ਫੁੱਲਾਂ ਤੇ ਬਹਿਣਗੇ, ਮੱਖੀ ਹਮੇਸ਼ਾ ਗੰਦਗੀ ਤੇ ਬਹਿਗੀ, ਭੰਵਰੇ ਫੁੱਲਾਂ ਤੇ ਬਹਿਣਗੇ। ਤਾਂ ਕਬੀਰ ਜੀ ਕਹਿੰਦੇ ਨੇ ਕਿ ਰੱਬ ਮਾਨੋ ਕਸਤੂਰੀ ਹੈ, ਔਰ ਜਿਹੜੇ ਪ੍ਰਭੂ ਦੇ ਦਾਸ ਨੇ, ਉਹਦੀ ਰਜਾ ਵਿੱਚ ਤੁਰਨ ਵਾਲੇ ਨੇ, ਉਹ ਮਾਨੋ ਉਹਦੇ ਭੰਵਰੇ ਨੇ। ਉਹ ਮਾਇਕ ਪਦਾਰਥਾਂ ਵੱਲ ਨਹੀਂ ਜਾਂਦੇ, ਰੱਬ ਦੇ ਜਿਹੜੇ ਪਿਆਰੇ ਨੇ। ਉਹ ਕਾਮ ਕ੍ਰੋਧ ਵਾਲੀ ਗੰਦਗੀ ਵਾਲੇ ਪਾਸੇ ਨਹੀਂ ਜਾਂਦੇ। ਉਹ ਕਸਤੂਰੀ ਦੀ ਜੋ ਮਹਿਕ, ਸਤ ਸੰਤੋਖ ਦਇਆ ਧਰਮ ਹੈ, ਉਹਦੇ ਉਹ ਉਪਾਸ਼ਕ ਨੇ। ਜਿਉਂ-ਜਿਉਂ ਭਗਤ ਕਬੀਰ ਕੀ, ਇੱਥੇ ਹੁਣ ਕਬੀਰ ਦੇ ਰਾਰੇ ਦਾ ਜਿਹੜਾ ਔਂਕੜ ਹੈ ਉਹ ਉੱਡ ਗਿਆ ਹੈ, ਕਿਉਂਕਿ ਕੀ ਸ਼ਬਦ ਸੰਬੰਧ ਕੀ ਆ ਗਿਆ, ਇਸ ਕਰਕੇ ਕਬੀਰ ਸ਼ਬਦ ਦੇ ਰਾਰੇ ਦਾ ਔਂਕੜ ਹਟਾ ਦਿੱਤਾ ਗਿਆ। ਜਿਉਂ-ਜਿਉਂ ਭਗਤ ਕਬੀਰ ਕੀ, ਇੱਥੇ ਕਬੀਰ ਦਾ ਮਤਲਬ ਹੈ ਰੱਬ। ਜਿਵੇਂ ਜਿਵੇਂ ਰੱਬ ਦੇ ਪਿਆਰੇ ਰੱਬ ਦੀ ਭਗਤੀ ਕਰਦੇ ਨੇ, ਮੀਨਸ ਗੁਣ ਗਾਉਂਦੇ ਨੇ, ਤਿਉਂ-ਤਿਉਂ ਰਾਮ ਨਿਵਾਸ, ਤਿਵੇਂ ਤਿਵੇਂ ਉਹਨਾਂ ਦੇ ਹਿਰਦੇ ਦੇ ਅੰਦਰ ਰੱਬ ਦਾ ਨਿਵਾਸ ਹੋਈ ਜਾਂਦਾ ਹੈ, ਰੱਬ ਦੇ ਗੁਣ ਉਹਨਾਂ ਦੇ ਅੰਦਰ ਵਸਦੇ ਜਾਂਦੇ। ਜਿਵੇਂ ਜਿਵੇਂ ਰੱਬ ਦੇ ਗੁਣ ਗਾਉਂਦੇ ਨੇ, ਤਿਵੇਂ ਤਿਵੇਂ ਰੱਬ ਦਾ ਨਿਵਾਸ ਉਹਨਾਂ ਦੇ ਹਿਰਦੇ ਵਿੱਚ ਹੋਈ ਜਾਂਦਾ ਹੈ, ਕਿਉਂਕਿ ਜੈਸੀ ਇਨਪੁਟ ਵੈਸੀ ਆਉਟਪੁੱਟ। ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਜਦੋਂ ਅਸੀਂ ਬਾਰ-ਬਾਰ ਹਰ ਸਮੇਂ ਗੁਣਾਂ ਦੀ ਗੱਲ ਕਰਾਂਗੇ, ਗੁਣਾਂ ਬਾਰੇ ਸੋਚਾਂਗੇ, ਗੁਣਾਂ ਬਾਰੇ ਬੋਲਾਂਗੇ, ਗੁਣਾਂ ਵਾਲਾ ਵਿਹਾਰ ਕਰਾਂਗੇ, ਤਾਂ ਉਹ ਗੁਣ ਆਟੋਮੈਟਿਕਲੀ ਸਾਡੇ ਅੰਦਰ, ਹਿਰਦੇ ਵਿੱਚ, ਸਾਡੀ ਸੋਚ ਅੰਦਰ ਵਸਦੇ ਜਾਣਗੇ। ਔਰ ਗੁਣ ਗਾਣ ਵਾਲਾ ਇੱਕ ਦਿਨ ਗੁਣੀ ਰੱਬ ਦੇ ਅੰਦਰ ਸਮਾ ਕੇ ਰੱਬ ਦਾ ਹੀ ਰੂਪ ਹੋ ਜਾਏਗਾ। ਗੁਣ ਕਹੇ ਗੁਣੀ ਸਮਾਵਣਿਆ, ਗੁਣ ਗਾਣ ਵਾਲਾ ਗੁਣੀ ਦੇ ਅੰਦਰ ਹੀ ਸਮਾ ਜਾਂਦਾ ਹੈ, ਔਰ ਆਖਿਰ ਉਹ ਰੱਬ ਦਾ ਰੂਪ ਹੋ ਜਾਂਦਾ ਹੈ। ਜੋਤ ਦੇ ਅੰਦਰ ਜੋਤ, ਉਹਦੀ ਸੋਚ ਜਿਹੜੀ ਹੈ ਰੱਬੀ ਸੋਚ ਵਿੱਚ ਮਿਲ ਜਾਂਦੀ ਹੈ। ਜਿਉਂ ਜਲ ਮੈਂ ਤਾਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜੋਤ ਦਾ ਮਤਲਬ ਸੋਚ, ਉਸ ਮਨੁੱਖ ਦੀ ਸੋਚ ਰੱਬੀ ਸੋਚ ਵਿੱਚ ਸਮਾ ਜਾਂਦੀ। ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਣੀ। ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਨੀ। ਇਸ ਲਈ ਅਸੀਂ ਵੀ ਰੱਬੀ ਚਰਨਾਂ ਦੇ ਭੌਰੇ ਬਣਨਾ ਹੈ। ਅਸੀਂ ਕਾਮ ਕ੍ਰੋਧ ਵਿਕਾਰਾਂ ਦੇ ਉੱਤੇ ਬਹਿਣ ਵਾਲੀਆਂ ਮੱਖੀਆਂ ਨਹੀਂ ਬਣਨਾ, ਸਗੋਂ ਸਤ ਸੰਤੋਖ ਦਇਆ ਧਰਮ ਧੀਰਜ ਗਿਆਨ ਵੈਰਾਗ ਨਿਮਾਨਤਾ ਸੇਵਾ ਸਿਮਰਨ ਪ੍ਰੇਮ ਕੁਰਬਾਨੀ ਨਿਰਭੈਤਾ ਨਿਰਵੈਰਤਾ ਦੇ ਫੁੱਲਾਂ ਦਾ ਰਸ ਲੈਣ ਵਾਲੇ ਭੰਵਰੇ ਬਣਨਾ ਹੈ। ਇਸ ਲਈ ਜਿਹੜਾ ਵੀ ਬੰਦਾ ਪ੍ਰਭੂ ਦੇ ਚਰਨਾਂ ਦੇ ਨਾਲ ਪ੍ਰੀਤ ਕਰੇਗਾ, ਯਾਨੀ ਰੱਬੀ ਗੁਣਾਂ ਦੇ ਨਾਲ ਪ੍ਰੀਤ ਕਰੇਗਾ, ਜਿਵੇਂ ਜਿਵੇਂ ਉਹ ਰੱਬੀ ਗੁਣਾਂ ਨੂੰ ਗਾਏਗਾ, ਰੱਬੀ ਗੁਣਾਂ ਨੂੰ ਅਪਣਾਏਗਾ, ਉਹਦੇ ਹਿਰਦੇ ਦੇ ਅੰਦਰ ਪ੍ਰਭੂ ਦਾ ਨਿਵਾਸ, ਰੱਬੀ ਗੁਣਾਂ ਦਾ ਨਿਵਾਸ ਹੁੰਦਾ ਜਾਏਗਾ, ਤੇ ਉਹ ਇਨਸਾਨ ਹੀ ਰੱਬ ਦਾ ਰੂਪ ਹੋ ਜਾਏਗਾ। ਹੁਣ ਦੇਖੋ ਕਿੰਨੇ ਸੌਖੇ ਢੰਗ ਦੇ ਨਾਲ ਸਾਨੂੰ ਜੀਵਨ ਦਾ ਮਹਾਨ ਬਣਾਉਣ ਦਾ ਰਾਸਤਾ ਦੱਸਿਆ ਹੈ। ਖੁਸ਼ੀਆਂ ਖੇੜੇ ਆਨੰਦ ਪ੍ਰਸੰਨਤਾ ਪਾਣ ਦਾ ਰਾਹ ਕਿੰਨਾ ਸੌਖਾ ਦਰਸਾਇਆ ਹੈ। ਤੇ ਜੇ ਇੰਨੇ ਸੌਖੇ ਰਾਹ ਨੂੰ ਵੀ ਬੰਦਾ ਨਾ ਅਪਣਾਏ ਤਾਂ ਫਿਰ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ, ਬੇਸਮਝੀ ਕਹੀ ਜਾ ਸਕਦੀ ਹੈ, ਅਗਿਆਨਤਾ ਕਹੀ ਜਾ ਸਕਦੀ ਹੈ। ਤਾਂ ਕਿੰਨੇ ਪਿਆਰ ਭਰੇ ਲਫ਼ਜ਼ਾਂ ਦੇ ਨਾਲ ਕਬੀਰ ਜੀ ਨੇ ਸਾਨੂੰ ਸਮਝਾਇਆ ਹੈ ਕਿ ਕਿਵੇਂ ਬੰਦਾ ਮੂਰਤੀ ਪੂਜਾ, ਤੀਰਥਾਂ ਦਾ ਰਟਨ ਔਰ ਇਹਨਾਂ ਕਰਮ ਕਾਂਡਾਂ ਦੇ ਅੰਦਰ ਬੰਦਾ ਉਲਝਿਆ ਹੋਇਆ ਹੈ, ਇਸ ਕੈਦਖਾਨੇ ਦੇ ਵਿੱਚ ਪਿਆ ਹੋਇਆ ਹੈ, ਔਰ ਕਿਵੇਂ ਜੋ ਵਿਦਵਾਨ ਨੇ, ਪੰਡਿਤ ਨੇ, ਪੁਜਾਰੀ ਨੇ ਆਮ ਜਨਤਾ ਦੀ ਲੁੱਟ ਔਰ ਖਸੁੱਟ ਕਰ ਰਹੇ ਨੇ। ਭਾਈ ਇਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ, ਸ਼ੁਭ ਗੁਣਾਂ ਦੇ ਧਾਰਨੀ ਹੋਣ ਦੀ ਲੋੜ ਹੈ, ਜਿਸ ਕਰਕੇ ਹਰ ਮਨੁੱਖ ਦਾ ਜੀਵਨ ਸਵਰਗ ਹੋਵੇ ਤੇ ਅਸੀਂ ਇਸ ਸੰਸਾਰ ਨੂੰ ਵੀ ਸਵਰਗ ਦੇ ਅੰਦਰ ਬਦਲ ਸਕੀਏ। ਇੰਨਾ ਕੁਝ ਕਹਿੰਦਾ ਮੈਂ ਖਿਮਾ ਦਾ ਜਾਚਕ ਹਾਂ।